नाम ध्याया मैं मशक्कत काल नानक ते मुख जले केती सकीना वाहिगुरू जी का खालसा वाहिगुरू जी की फतेह। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਨਾਨਕ ਹੋਸੀ ਵੀ ਸੱਚ ਸੋ ਕਹੁ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਹਤ ਖਸਮ ਦੀ ਪੁਰਸੋਂ ਚੱਕੀਐ ਡਿਠੇ ਸੱਚੇ ਪਾਤਸ਼ਾਹ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸ਼ਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸ਼ਾ ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਸ਼ੇਖ ਫਰੀਦ ਜੀਓ ਕੇ ਇਕ ਓੰਕਾਰ ਸਤਿਗੁਰ ਪ੍ਰਸਾਦ। ਫਰੀਦਾ ਥਿਓ ਭਵਾਈ ਤਬ ਜੇ ਸਾਈਂ ਲੋੜੈ ਸਭ। ਇਕ ਚੀਜ਼ ਹੈ ਪਿਆਲ ਤਾੜੀਐ ਤਾਂ ਸਾਈਂ ਦੈ ਦਰਬਾੜੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਜਬਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸਜ ਬੈਠੀ ਸਾਧ ਸੰਗਤ ਜੀ ਆਇਆਂ ਨੂੰ। ਆਪ ਸੰਗਤਾਂ ਨੇ ਗੁਰੂ ਬਾਬੇ ਦੀ ਗੋਦੀ ਦਾ ਨਿੱਘ ਮਾਣਿਆ। ਕਿਸੇ ਦਾ ਦਿਨ ਹਸਪਤਾਲ ਤੋਂ ਆਰੰਭ ਹੁੰਦਾ, ਕਿਸੇ ਦਾ ਦਿਨ ਕਚਹਿਰੀ ਵਿੱਚੋਂ ਆਰੰਭ ਹੁੰਦਾ, ਕਿਸੇ ਦਾ ਦਿਨ ਡਾਕਟਰ ਦੀ ਦੁਕਾਨ ਤੋਂ ਆਰੰਭ ਹੁੰਦਾ, ਕਿਸੇ ਦੇ ਘਰ ਅੰਮ੍ਰਿਤ ਵੇਲੇ ਕਲੇ ਪੈ ਜਾਂਦੀ ਹੈ। ਮਹਾਰਾਜ ਕਹਿੰਦੇ ਸ਼ੁਕਰ ਕਰਿਆ ਕਰ, ਤੇਰਾ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਤੋਂ ਆਰੰਭ ਹੋਇਆ। ਇਸ ਕਰਕੇ ਸਾਹਿਬ ਜੀ ਦੀ ਬਾਣੀ ਕਹਿੰਦੀ ਧੰਨ ਸੋ ਵੇਲਾ ਜਿਤ ਦਰਸ਼ਨ ਕਰਨ। ਬਹੁਤ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਿਆ ਕਰੋ। ਗੁਰੂ ਗ੍ਰੰਥ ਸਾਹਿਬ ਦੇ ਕੋਲ ਜਦੋਂ ਆਪਾਂ ਬਹਿੰਦੇ ਹਾਂ ਬਹੁਤ ਵੱਡੇ ਭਾਗ ਹੈ। ਵੈਸੇ ਆਪਾਂ ਹੁਣ ਰਿਸ਼ਤੇਦਾਰੀਆਂ ਦੁਨਿਆਵੀ ਉੱਥੇ ਸਾਰਾ ਸਾਰਾ ਦਿਨ ਵੀ ਜਾਈਦਾ, ਪਰ ਜਦੋਂ ਗੁਰੂ ਘਰ ਜਾਂਦੇ ਨਾ ਉੱਥੇ ਵੀ ਵਿਆਹ ਕਰੋ। ਭੈਣ ਕੋ, ਮਾਸੀ ਕੋ, ਤਾਈ ਕੋ, ਨਾਨੀ ਕੋ 4-5 ਘੰਟੇ ਆਪਾਂ ਬਹਿੰਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਕੋ ਹੁਣ ਸਿੱਖ ਬਹਿਣਾ ਛੱਡੀ ਜਾਂਦੇ। ਪੁਰਾਣੇ ਬਜ਼ੁਰਗ ਬਹਿ ਜਾਂਦੇ, ਫਿਰ ਵੀ ਬਜ਼ੁਰਗ ਹੋ ਕੇ ਵੀ 2-3 ਘੰਟੇ। ਆਉਣ ਵਾਲੀ ਪੀੜ੍ਹੀ ਤਾਂ ਮੱਥਾ ਵੀ ਨਹੀਂ ਟੇਕਦੀ। ਬਹਿਣਾ ਤਾਂ ਦੂਰ ਦੀ ਗੱਲ ਹੈ, ਕਿਉਂਕਿ ਗੁਰੂ ਕੋਲ ਬਵਾਂਗੇ ਤੇ ਬਹੁਤ ਕੁਝ ਮਿਲੂਗਾ। ਹਲਵਾਈ ਕੋ ਬਈ ਦਾ ਮਠਿਆਈ ਮਿਲਦੀ ਹੈ, ਦਰਜੀ ਕੋ ਬਈਏ ਕੱਪੜਾ ਮਿਲਦਾ, ਸੁਨਿਆਰੇ ਕੋ ਬਈਏ ਸੋਨਾ ਮਿਲਦਾ, ਡਾਕਟਰ ਕੋਲ ਬਈਏ ਦਵਾਈ ਮਿਲਦੀ ਹੈ। ਗੁਰੂ ਗ੍ਰੰਥ ਸਾਹਿਬ ਕੋਲ ਬਹਿ ਕੇ ਵੇਖੀ ਇੱਥੇ ਵਧਾਈ ਮਿਲਦੀ ਹੈ। ਤੇ ਵਧਾਈ ਉਦੋਂ ਮਿਲਦੀ ਜਦੋਂ ਜ਼ਿੰਦਗੀ 'ਚ ਖੁਸ਼ੀਆਂ ਆਉਣ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ। ਸ਼ਹੀਦੀਆਂ ਦੇ ਦਿਨ ਚੱਲ ਰਹੇ ਸੰਗਤ ਜੀ। ਆਪਣੇ ਪੈਰ ਠਰ ਰਹੇ ਹੈ, ਕੱਪੜੇ ਪਾਏ, ਪਰ 450 ਫੁੱਟ ਉੱਚਾ ਬੁਰਜ, ਜਿੱਥੇ ਮੇਰੀ ਮਾਂ ਤੇ ਛੋਟੇ ਛੋਟੇ ਲਾਲ ਬੈਠੇ ਸੀ। ਇਹ ਠੰਡ ਮਹਿਸੂਸ ਕਰਾਉਂਦੀ ਹੈ ਕਿ ਤੂੰ ਤਾਂ ਰਜਾਈ ਚੋਂ ਨਹੀਂ ਨਿਕਲਦਾ। ਪਰ ਉਹਨਾਂ ਸੂਰਮਿਆਂ ਦੀ ਸ਼ਹਾਦਤ ਵੇਖ, ਜਿਨ੍ਹਾਂ ਕੋਲ ਕੱਪੜਾ ਨਹੀਂ, ਬਿਸਤਰਾ ਨਹੀਂ, ਪ੍ਰਸ਼ਾਦਾ ਨਹੀਂ, ਕੋਈ ਸਹਾਰਾ ਨਹੀਂ, ਪਰ ਫਿਰ ਵੀ ਉਹਨਾਂ ਨਿਤਨੇਮ ਨਹੀਂ ਸੀ ਛੱਡਿਆ। ਤੇ ਆਪਾਂ ਨੂੰ ਰੱਬ ਨੇ ਕੋਠੀਆਂ, ਕਾਰਾਂ, ਗੱਡੀਆਂ ਸਾਰਾ ਕੁਝ ਦਿੱਤਾ, ਆਪਾਂ ਕਦੀ ਕੀਤਾ ਹੀ ਨਹੀਂ। ਤੁਮਾਰੇ ਕਹਿੰਦੇ ਜਿਹਨੂੰ ਨਹੀਂ ਆਉਂਦਾ ਉਹ ਸੁਣਿਆ ਕਰੋ। ਗੁਰਦੁਆਰਾ ਕਾਹਦੇ ਲਈ ਬਣਾਇਆ? 3 ਕਰੋੜ ਲਾ ਕੇ, ਇੰਨੀਆਂ ਮਹਿੰਗੀਆਂ ਟਾਈਲਾਂ ਪੱਥਰ ਲੱਗਾ, ਕਲਸ ਚੜ੍ਹ ਗਿਆ 5 ਲੱਖ ਦਾ। ਉਹ ਕਾਹਦੇ ਲਈ ਪਿੰਡ 'ਚ ਇੰਨੇ ਪੈਸੇ ਲਾਏ ਜੇ ਆਪਾਂ ਬਹਿ ਕੇ ਨਿਤਨੇਮ ਵੀ ਨਹੀਂ ਸੁਣਨਾ? ਤਾਂ ਹੀ ਲਾਏ ਨਾ, ਸੋਹਣਾ ਗੁਰੂ ਘਰ ਬਣਾਇਆ, ਸੰਗਤ ਵੀ ਸੋਹਣੀ ਹੋ ਕੇ ਬਵੇ। ਤਾਂ ਇਸ ਕਰਕੇ ਮਾਰੇ ਕਹਿੰਦੇ ਤੇਰਾ ਇੰਨਾ ਪੈਸੇ ਲਾਏ ਦਾ ਫਾਇਦਾ ਏ, ਜੇ ਤਾਂ ਤੈਨੂੰ ਬਾਣੀ ਆਉਂਦੀ ਹੈ ਆਪ ਪੜ੍ਹ, ਨਹੀਂ ਆਉਂਦੀ ਤੇ ਆ ਜਾ। ਫਿਰ ਭਾਈ ਸਾਹਿਬ ਕਾਹਦੇ ਲਈ ਹੈ? ਉਹਦੀ ਡਿਊਟੀ ਇਹੋ ਹੀ ਆ ਤੁਹਾਨੂੰ ਨਿਤਨੇਮ ਸੁਣਾਉਣਾ। ਪਰ ਜਦੋਂ ਕੋਈ ਝਗੜਾ ਹੁੰਦਾ, ਕੋਈ ਗੱਲ, ਉਦੋਂ ਆਪਾਂ ਸਾਰੇ ਗੁਰਦੁਆਰੇ ਇਕੱਠੇ ਹੋਈਦਾ, ਪਰ ਜਦੋਂ ਨਿਤਨੇਮ ਹੁੰਦਾ ਉਦੋਂ ਕੋਈ ਵੀ ਨਹੀਂ ਹੁੰਦਾ। ਆਖੋ ਸਤਿਨਾਮ। ਉਦੋਂ ਇਕੱਲਾ ਹੀ ਭਾਈ ਪ੍ਰਕਾਸ਼ ਕਰਦਾ ਵਿਚਾਰਾ, ਤੇ ਇਕੱਲਾ ਹੀ ਰਾਤ ਨੂੰ ਸੁੱਖ ਆਸਣ ਕਰਦਾ।
ਤੋ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਕਥਾ ਚੱਲ ਰਹੀ ਹੈ। ਕੱਲ ਇੱਥੋਂ ਤੱਕ ਪਹੁੰਚੇ ਸਾਂ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਕੂ ਕਹਿੰਦਿਆ ਚਾ ਗੇਂਦਿਆ ਮਤੀ ਦੇਂਦਿਆ ਨਿਤ, ਜੋ ਸ਼ੈਤਾਨ ਮਝਾਇਆ ਸੇ ਕਿਤ ਫਿਰੈ ਚਿਤ। ਫਰੀਦਾ ਸੇ ਕਿਤ ਫਿਰੈ ਚਿਤ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਮੈਂ ਤੇ ਬਥੇਰਾ ਰੌਲਾ ਪਾਉਣਾ ਹੈ ਦੁਨੀਆ ਨੂੰ, ਰੋਜ਼ ਉੱਚੀ ਉੱਚੀ ਕਹਿਣਾ ਏ, ਉੱਠ ਫਰੀਦਾ ਉੱਜੂ ਸਾਜ। ਉੱਜੂ ਕਹਿੰਦੇ ਮੂੰਹ ਹੱਥ ਧੋਣ ਨੂੰ, ਵੀ ਨਹੀਂ ਇਸ਼ਨਾਨ ਹੁੰਦਾ ਮੂੰਹ ਹੱਥ ਧੋਲਾ, ਕੋਈ ਨਹੀਂ, ਪਰ ਆਈ ਜ਼ਰੂਰ, ਬਹਾਨਾ ਨਾ ਬਣਾਈ। ਸੁਬਹਿ ਨਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਤੋ ਇਸ ਕਰਕੇ ਕਹਿੰਦੇ, ਜਿਹੜਾ ਸਿਰ ਸਾਈਂ ਨੂੰ ਝੁਕਦਾ ਨਹੀਂ ਨਾ, ਉਹਨੂੰ ਵੱਢ ਦੇਣਾ ਚਾਹੀਦਾ। ਜਿਸ ਤਰ੍ਹਾਂ ਰਾਤੀ ਗੁਰੂ ਰਾਮਦਾਸ ਦੀ ਗੋਦੀ 'ਚ ਉਹ ਸਿਰ ਆਇਆ ਸੀ, ਜਿਹੜਾ ਝੁਕਿਆ ਨਹੀਂ ਉਹਨੂੰ ਵੱਢ ਦਿੱਤਾ। ਤੋ ਬਾਬਾ ਫਰੀਦ ਸਾਹਿਬ ਆਪਣੇ ਲਹਿਜੇ 'ਚ ਕਹਿੰਦੇ ਵੀ ਜਿਹੜਾ ਸਤਿਕਾਰ ਨਹੀਂ ਕਰਦਾ ਬਾਣੀ ਦਾ, ਗੁਰੂ ਦਾ, ਉਹਦਾ ਜੀਣ ਦਾ ਕੋਈ ਹੱਕ ਨਹੀਂ। ਉਹਨੂੰ ਤਾਂ ਪਹਿਲਾਂ ਗੁਰਬਾਣੀ ਨੇ ਮਰੇ ਦਾ ਖਿਤਾਬ ਦਿੱਤਾ। ਮਾਰੇ ਕਹਿੰਦੇ, ਪਿਛਲ ਰਾਤ ਨਾ ਜਾਗਿਓ ਜੀ ਵੰਦੜੋ ਮੋਇਓ ਹੈ। ਕਹਿੰਦੇ ਜਿਹੜਾ ਅੰਮ੍ਰਿਤ ਵੇਲੇ ਨਹੀਂ ਉੱਠ ਸਕਦਾ, ਇਸ਼ਨਾਨ ਕਰਦਾ, ਗੁਰਬਾਣੀ ਕਹਿੰਦੀ ਉਹ ਮਰਿਆ। ਮੈਂ ਨਹੀਂ ਕਹਿੰਦਾ ਜੀ, ਗੁਰਬਾਣੀ ਦੇ ਅਰਥ ਹੈ, ਜੀ ਵੰਦੜੋ ਮੋਇਓ ਹੈ। ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਪਰ ਮੈਂ ਤਾਂ ਬਥੇਰਾ ਆਵਾਜ਼ਾਂ ਦਿੰਦਾ, ਉੱਠ ਫਰੀਦਾ ਉਜੂ ਸਾਜ। ਬੇਨ ਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਬ ਹੀ ਚੱਲ ਨਾ ਆਇਓ ਪੰਜੇ ਵਕਤ। ਮੁਸਲਮਾਨਾਂ ਦੀਆਂ 5 ਨਮਾਜ਼ਾਂ ਤੇ 5 ਵਕਤ ਪੜ੍ਹਦੇ ਨੇ। ਆਪਣੀਆਂ ਸਿੱਖਾਂ ਦੀਆਂ ਵੀ 5 ਨਮਾਜ਼ਾਂ ਜੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜ੍ਹੀਆਂ ਕਦੇ ਪਿਆਰਿਓ, ਜਾਂ ਸੁਣੀਆਂ ਹੋਣ ਕਿਸੇ ਗ੍ਰੰਥੀ ਸਿੰਘ ਤੋਂ? 5 ਨਮਾਜ਼ਾਂ ਆਪਣੀਆਂ ਵੀ ਜੇ। ਇੱਕ ਕਹਿੰਦਾ ਨਹੀਂ ਬਾਬਾ ਜੀ ਆਪਣੀਆਂ 5 ਬਾਣੀਆਂ ਏ। ਨਹੀਂ ਭਲਿਓ, ਆਪਣੇ ਕੋ ਵੀ 5 ਨਮਾਜ਼ਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸੁਣ ਲਓ ਫਿਰ, ਅੱਜ ਆਏ ਆ ਨਾ, ਸੁਣ ਕੇ ਜਾਇਓ। ਪਹਿਲੀ ਨਮਾਜ਼, ਦੂਜੀ ਨਮਾਜ਼ ਤੇ ਤੀਜੀ, ਚੌਥੀ, ਪੰਜਵੀਂ। 141 ਅੰਗ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਭੈਣਾਂ ਕਰਦੀਆਂ ਕਈ। ਉੱਥੇ ਮਾਰੇ ਕਹਿੰਦੇ 5 ਨਿਵਾਜਾ ਵਕਤ 5, ਪੰਜਾ ਪੰਜੇ ਨਾਓ। ਪਹਿਲਾ ਸੱਚ ਹਲਾਲ ਦੋਏ। ਪਹਿਲੀ ਨਮਾਜ਼ ਕਿਹੜੀ ਜੀ ਆਪਣੀ? ਸੱਚ। ਸੱਚ ਬੋਲੋ, ਦੁਸ਼ਮਣ ਤਾਂ ਬਣ ਗਈ, ਬੋਲੋ ਜ਼ਰੂਰ। ਪਹਿਲੀ ਨਮਾਜ਼ ਸੱਚ, ਪਹਿਲਾ ਸੱਚ ਹਲਾਲ ਦੋਏ। ਦੂਜੀ ਨਮਾਜ਼ ਕਿਹੜੀ ਜੀ? ਹਲਾਲ। ਭਾਵ ਆਪਣੀ ਕਿਰਤ ਕਰੋ, ਭਾਵੇਂ ਦੁੱਧ ਚੋ, ਖੇਤੀ ਕਰੋ, ਦੁਕਾਨ ਚਲਾਓ, ਆਪਣੀ ਕਮਾਈ 1 ਨੰਬਰ ਦੀ ਰੱਖਿਓ। ਤੀਜੀ ਖੈਰ ਖੁਦਾਏ। ਤੀਜੀ ਨਮਾਜ਼ ਹੈ ਸਾਰਿਆਂ ਦਾ ਭਲਾ ਮੰਗਣਾ। ਹੈਰਾਨੀ ਇਸ ਗੱਲ ਦੀ ਵੀ ਗੁਰੂ ਰਾਮਦਾਸ ਦਾ ਘਰ ਸਾਰਿਆਂ ਲਈ ਸਾਂਝਾ ਏ। ਇਹ ਗੁਰੂ ਹਰਿਮੰਦਰ ਸਾਹਿਬ ਦੇ ਉੱਤੇ ਖੰਡਾ ਨਹੀਂ ਲੱਗਾ ਜੀ, ਨੋਟ ਕਰਿਓ, ਕਿਤੇ ਵੀਡੀਓ ਵੇਖਿਓ, ਹਰ ਗੁਰਦੁਆਰੇ ਦੇ ਉੱਤੇ ਕਲਸ ਹੈ ਖੰਡਾ, ਹਰਿਮੰਦਰ ਸਾਹਿਬ ਤੇ ਨਹੀਂ। ਉਹਦਾ ਕਾਰਨ ਕੀ? ਖੰਡਾ ਖਾਲਸੇ ਦਾ ਹੈ ਪ੍ਰਤੀਤ, ਉਹ ਸਾਂਝਾ ਸਥਾਨ ਸਾਰਿਆਂ ਦਾ, ਉੱਥੇ ਜਕਾਰਾ ਵੀ ਨਹੀਂ ਛੱਡਿਆ ਜਾਂਦਾ। ਇੰਨਾ ਰਹਿਬਰੀ ਸਥਾਨ ਗੁਰੂ ਰਾਮਦਾਸ ਜੀ ਦਾ ਦੁਨੀਆ ਫੇਰ ਵੀ ਮਹਾਰਾਜ ਦੇ ਘਰ ਨੂੰ ਨਹੀਂ ਬਖਸ਼ ਰਹੀ। ਤੋ ਇਸ ਕਰਕੇ ਤੀਜੀ ਨਮਾਜ਼ ਸਿੱਖਾਂ ਦੀ ਖੈਰ ਖੁਦਾਈ, ਰੱਬ ਦੇ ਘਰੋਂ ਸਾਰਿਆਂ ਦੀ। ਬੋਲੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ। ਨੋਟ ਕਰਿਓ ਸੰਗਤ ਜੀ, ਅੱਗੇ ਵੀ ਦੱਸਿਆ ਕਰੋ। ਅੱਜ ਤੁਸੀਂ 15 ਮਿੰਟ ਗੁਰਦੁਆਰੇ ਬੈਠੇ ਨਾ, ਆਪਾਂ ਇਸੇ ਗੱਲ ਤੋਂ ਮਾਰ ਖਾਂਦੇ। ਆਪਾਂ ਕਹੀਦਾ ਗੁਰੂ ਘਰ ਚੱਲੀਏ, ਮੱਥਾ ਟੇਕ ਆਈਏ, ਜੇ ਕੋਈ ਪੁੱਛੇ ਵੀ ਉੱਥੋਂ ਕੀ ਲੈ ਕੇ ਆਏ, ਤੇ ਆਪਾਂ ਕੀ ਦੱਸਾਂਗੇ? ਪ੍ਰਸ਼ਾਦ? ਨਹੀਂ,
ਤੁਸੀਂ ਇੰਨੀ ਕੁ ਚੀਜ਼ ਨੋਟ ਕਰੋ, ਜਾ ਕੇ ਘਰੇ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਪੁੱਛਿਓ ਵੀ ਤੁਸੀਂ 5 ਨਮਾਜ਼ਾਂ ਪੜ੍ਹੀਆਂ ਕਦੇ ਗੁਰੂ ਗ੍ਰੰਥ ਸਾਹਿਬ 'ਚ ਲਿਖੀਆਂ? ਉਹ ਤੁਹਾਨੂੰ ਕਹਿਣਗੇ ਨਹੀਂ ਜੀ। ਫਿਰ ਤੁਸੀਂ ਦੱਸਣਾ ਉਹਨਾਂ ਨੂੰ, ਭਾਵੇਂ 10 ਮਿੰਟ ਹੀ ਵਿਆਹ ਕਰੋ ਕਥਾ ਵਿੱਚ, ਪਰ ਲੈ ਕੇ ਜਾਣਾ ਕੁਝ ਨਾ ਕੁਝ, ਕਿਉਂਕਿ ਜਿੱਥੇ ਵੀ ਆਪਾਂ ਜਾਈਦਾ ਕੁਝ ਲਿਆਈਦਾ ਏ। ਤੋ ਇਸ ਕਰਕੇ ਪਹਿਲੀ ਨਮਾਜ਼ ਕਿਹੜੀ ਜੀ? ਬੋਲੋ ਜੀ, ਸੱਚ। ਦੂਜੀ ਕਿਹੜੀ ਜੀ? ਹਲਾਲ। ਤੀਜੀ ਖੈਰ ਖੁਦਾਏ। ਤੀਜੀ ਨਮਾਜ਼ ਸਾਰਿਆਂ ਦਾ ਭਲਾ ਮੰਗਣਾ। ਤੇ ਚੌਥੀ ਨੀਅਤ ਰਾਸ ਮਨ, ਨੀਤ ਸਾਫ਼ ਰੱਖਣੀ। ਪਰ ਕੀ ਕਰੀਏ, ਨੀਤ ਮਾੜੀ ਹੋ ਜਾਂਦੀ ਵੇਰ ਕੇ। ਕਿਸੇ ਦੀ ਮਾਇਆ ਵੇਖ ਲਓ ਤਾਂ ਨੀਤ ਬਦਲ ਜਾਣੀ ਹੈ, ਕਿਸੇ ਦਾ ਸੋਹਣਾ ਰੂਪ ਵੇਖ ਲਓ, ਰੰਗ ਗੋਰਾ ਚਿੱਟਾ, ਤਾਂ ਨੀਤ ਬਦਲ ਜਾਂਦੀ ਹੈ, ਕਿਸੇ ਦੀ ਕੋਠੀ ਵੇਖੋ ਤਾਂ ਨੀਤ 'ਚ ਫਰਕ ਪੈ ਜਾਂਦਾ ਏ। ਤੋ ਮਹਾਰਾਜ ਕਹਿੰਦੇ ਚੌਥੀ ਨਮਾਜ਼ ਹੈ ਨੀਅਤ। ਇਹ ਤਾਂ ਗੁਰੂ ਹੀ ਮਿਹਰ ਰੱਖੇ ਜੀ, ਮਨ ਤੇ ਪਲਕ ਪਲਕ ਡੋਲਦਾ। ਤੇ ਪੰਜਵੀਂ ਨਮਾਜ਼ ਕਿਹੜੀ ਹੈ? ਸਿਫਤ। ਰੱਬ ਦੀ ਸਿਫਤ ਜਿੱਥੇ ਹੁੰਦੀ ਨਾ, ਹੁਣ ਇਸ ਵੇਲੇ ਰੱਬ ਦੀ ਸਿਫਤ ਹੋ ਰਹੀ, ਤੁਸੀਂ ਸੰਗਤਾਂ ਚੌਂਕੜੇ ਮਾਰ ਕੇ ਬੈਠੇ। ਪੰਜਵੀਂ ਨਮਾਜ਼ ਹੈ ਸਿੱਖਾਂ ਦੀ। ਪਹਿਲਾ ਸੱਚ ਹਲਾਲ, ਦੋਏ ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸਨਾਏ। 5 ਨਮਾਜ਼ਾਂ ਆਪਣੀਆਂ ਪੂਰੀਆਂ ਹੋ ਗਈਆਂ। ਆਖੋ ਸਤਿਨਾਮ। ਹੁਣ ਪੰਜਾਂ ਦੇ ਵਿੱਚੋਂ ਆਪਾਂ ਕਿੰਨੀਆਂ ਅਟੈਂਡ ਕੀਤੀਆਂ? ਪਹਿਲੀ ਨਮਾਜ਼ ਸੱਚ, ਇਹ ਵੀ ਨਹੀਂ ਆਪਾਂ ਕਰ ਸਕੇ, ਕਿਉਂਕਿ ਝੂਠ ਤੋਂ ਬਿਨਾਂ ਕੁਛ ਵੀ ਨਹੀਂ ਹੁੰਦਾ। ਕਥਾ ਵੀ ਨਹੀਂ ਜੀ ਹੁੰਦੀ। ਜੇ ਤੁਸੀਂ ਕਹੋਗੇ ਗਿਆਨੀ ਜੀ ਉਹ ਕਿਉਂ? ਕਿਉਂਕਿ ਕਿਤੇ ਕਿਸੇ ਦੇ ਘਰ ਜਾਈਦਾ ਨਾ, ਉੱਥੇ ਝੂਠ ਕਥਾਵਾਚਕ ਨੂੰ ਵੀ ਮਾਰਨਾ ਪੈਂਦਾ, ਰਾਗੀ ਨੂੰ ਵੀ ਮਾਰਨਾ ਪੈਂਦਾ, ਢਾਡੀ ਨੂੰ। ਕਿਉਂ? ਕਿਉਂਕਿ ਬਾਈ ਦਾ ਕਿਸੇ ਦੀ ਡੈਥ ਦਾ ਪ੍ਰੋਗਰਾਮ ਹੈ, ਉੱਥੇ ਰਾਗੀ ਸਿੰਘ ਤਾਂ ਆਏ ਉੱਥੋਂ ਹਜ਼ੂਰੀ ਰਾਗੀ, ਉਹਨਾਂ ਨੇ ਥੋੜ੍ਹਾ ਵੇਖਿਆ ਆਪਣੇ ਬਾਪੂ ਨੂੰ, ਨਾ ਪਿੰਡ 'ਚ ਹੀ ਰਹੇ। ਪਰ ਜਦੋਂ ਸਮਾਪਤੀ ਕਰਨਗੇ, ਮੈਂ ਵੀ ਜਾਣਾ, ਉੱਥੇ ਇਹ ਸ਼ਬਦ ਕਹੀਦੇ ਵੀ ਇਹ ਜਿਹੜਾ ਗੁਰਮੁਖ ਪਿਆਰਾ ਕਾਲ ਚਲਾਣਾ ਕੀਤਾ ਬੜਾ ਨੇਕ ਸੀ, ਬੜੀ ਰੱਬੀ ਰੂਹ ਸੀ, ਰੱਬ ਨੂੰ ਮੰਨਣ ਵਾਲੀ। ਹੁਣ ਉਹ ਜਿਹੜੇ ਜਾਣਦੇ ਹੁੰਦੇ ਉਹ ਵਿੱਚ ਬੈਠੇ ਹੁੰਦੇ ਵੀ ਸਾਨੂੰ ਵੀ ਪਤਾ ਕਿੰਨੀ ਕੁ ਮੰਨਣ ਵਾਲੀ, ਇਹ ਤਾਂ ਕਦੀ ਸੰਗਰਾਂਦ ਤੇ ਨਹੀਂ ਮੱਥਾ ਟੇਕਣ ਗਿਆ। ਉੱਥੇ ਝੂਠ ਬੋਲਣਾ ਪੈਂਦਾ ਹੈ ਨਾ। ਤੋ ਇਸ ਕਰਕੇ ਦੂਜੀ ਨਮਾਜ਼ ਕਿਹੜੀ ਹੈ? ਹਲਾਲ। ਇਹ ਵੀ ਨਹੀਂ ਆਪਣੇ ਤੋਂ ਹੋ ਸਕੀ। ਉਹਦਾ ਕਾਰਨ ਕੀ ਹੈ? ਕਿ ਇਮਾਨਦਾਰੀ ਕਰ ਭੁੱਖਾ ਮਰ। ਇਮਾਨਦਾਰੀ ਕਰ ਭੁੱਖਾ ਮਰ। ਉਹਦਾ ਕਾਰਨ ਕੀ ਹੈ? ਵੀ ਹੁਣ ਮੇਰੀ ਪੇ 10,000 ਹੈ, ਮੰਨ ਲਓ, ਮੈਂ ਇਮਾਨਦਾਰੀ ਤੇ ਨਹੀਂ ਰਹਿ ਸਕਦਾ, ਕਿਉਂਕਿ 10,000 ਨਾਲ ਪੂਰੀ ਨਹੀਂ ਪੈਣੀ। ਮੈਨੂੰ ਵੇਰ ਕੇ ਜੇ ਕੋਈ ਕਿਸੇ ਨੇ ਦਿੱਤਾ ਨਾ, ਵਾਹਿਗੁਰੂ ਅਰਦਾਸ ਕਰਨੀ ਹੈ, ਤੇ ਉਹਨੇ ਕਹਿਣਾ ਵੀ ਇਹ ਮਾਇਆ ਕਿਹਨੂੰ ਦਈਏ, ਖਜ਼ਾਨੇ 'ਚ ਜਾਂ ਤੁਹਾਨੂੰ? ਤੇ ਬੰਦਾ ਕਹਿੰਦਾ ਜੀ ਚਲੋ ਦੇ ਤੇ ਦਿਓ, ਪਰ ਬਾਹਰ ਲਿਖਿਆ ਵੀ ਨਹੀਂ ਦੇਣੀ। ਆਖੋ ਸਤਿਨਾਮ। ਤੇ ਉਹ ਫਿਰ ਕਿਤੇ ਨਾ ਕਿਤੇ ਲੈ ਲੈਂਦੇ ਸਿੰਘ ਕਈ। ਉਹ ਫਿਰ ਜਦੋਂ ਸ਼ਿਕਾਇਤ ਹੋ ਜਾਂਦੀ ਹੈ ਤੇ ਉਹ ਕਹਿੰਦੇ ਵੀ ਤੇਰੀ ਨੌਕਰੀ ਗਈ। ਵੀ ਜਦੋਂ ਬਾਹਰ ਲਿਖਿਆ ਵੀ ਕਿਸੇ ਵਿਅਕਤੀ ਨੂੰ ਮਾਇਆ ਨਹੀਂ ਦੇਣੀ, ਗੋਲਕ 'ਚ ਪਾਉਣੀ, ਤੂੰ ਕਿਉਂ ਲਈ? ਇਸੇ ਤਰ੍ਹਾਂ ਕੋਈ ਵੀ ਡਾਕਟਰ ਹੈ, ਕਚਹਿਰੀ ਵਾਲੇ ਹੈ, ਪੁਲਿਸ ਵਾਲੇ ਹੈ, ਉਹ ਵੇਰ ਕੇ ਸਿਸਟਮ ਡਾਊਨ ਹੋ ਜਾਂਦਾ। ਹੁਣ ਨਵੇਂ ਨਵੇਂ ਭਰਤੀ ਹੋਏ, ਅਗਲਾ ਕਹਿੰਦਾ ਮੈਂ 10 ਲੱਖ ਲਾ ਕੇ ਸਿਪਾਹੀ ਭਰਤੀ ਹੋਇਆ। ਅੱਜ ਇੰਨਾ ਹੀ ਹੈ ਜੀ। ਸਾਡੇ 1-2 ਬੱਚੇ ਹੋਣੇ ਸੀ 12, 13, 15, 17 ਲੱਖ ਤੱਕ ਪੁਲਿਸ ਦੀ ਭਰਤੀ ਦਾ। ਤੇ ਜਿਹਨੇ 17 ਲੱਖ ਦਿੱਤਾ ਤੇ ਸਟਾਰਟਿੰਗ ਹੋਈ 25,000, ਤੇ ਉਹਨੇ ਹੁਣ ਉੱਪਰੋਂ ਕਰਨਾ ਹੀ ਹੈ ਕਿਰਪਾ। ਉੱਥੇ ਦੂਜੀ ਨਮਾਜ਼ ਵੀ ਖਤਮ ਹੋ ਜਾਣੀ। ਹਲਾਲ ਮੈਨੇ ਵੀ ਆਪਣਾ ਹੱਕ ਸੱਚ ਖਾਓ। ਤੀਜੀ ਖੈਰ ਖੁਦਾਏ। ਤੀਜੀ ਨਮਾਜ਼ ਸਾਰਿਆਂ ਦਾ ਭਲਾ ਮੰਗੋ। ਇਹ ਵੀ ਫੇਲ ਹੈ। ਭਲਾ ਤੇ ਆਪਦਾ ਨਹੀਂ ਮੰਗਿਆ ਜਾਂਦਾ। ਆ ਮੇਰੇ ਨਾਲ ਬੈਠਾ, ਮੈਂ ਇਹਦਾ ਭਲਾ ਨਹੀਂ ਕਦੀ ਮੰਗਿਆ। ਆਖੋ ਸਤਿਨਾਮ। ਰੋਜ਼ ਮੇਰੇ ਕੋਲ ਰਹਿੰਦਾ ਹੀ, ਮੈਂ ਇਹਦਾ ਬੁਰਾ ਹੀ ਮੰਗੂੰਗਾ। ਤੇ ਚੌਥੀ ਨਮਾਜ਼ ਹੈ ਨੀਅਤ ਰਾਸ। ਇਹ ਵੀ ਫੇਲ ਹੀ ਹੋ ਜਾਣਾ, ਕਿਉਂਕਿ ਨੀਤ ਦਾ ਕੀ ਪਤਾ ਕਿੱਥੇ ਡਿੱਗ ਪੈਣਾ ਇਹਨੇ। ਜਿਸ ਤਰ੍ਹਾਂ ਇੱਕ ਸਿੱਖ ਬਾਣੀ ਪੜ੍ਹੇ, ਇੱਕ ਸਿੱਖ ਨੇ ਝਿੜਕਿਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਪੁੱਤ ਤੂੰ ਬਾਣੀ ਪੜ੍ਹਦੇ ਨੂੰ ਕਾਹਤੋਂ ਝਿੜਕਿਆ? ਕਹਿੰਦੇ ਇਹਨੂੰ ਪੁੱਛੋ ਵੀ ਜਦੋਂ ਬਾਣੀ ਪੜ੍ਹਦਾ ਤਾਂ ਧਿਆਨ ਕਿੱਥੇ ਸੀ? ਤੇ ਮਹਾਰਾਜ ਸਾਹਿਬ ਕਹਿੰਦੇ ਪੁੱਤ ਸੱਚ ਦੱਸੀ, ਕਿੱਥੇ ਸੀ ਧਿਆਨ ਤੇਰਾ ਪਾਠ ਕਰਦਿਆਂ? ਸੱਚ ਦੱਸੀ। ਸਾਡੇ ਵੱਲ ਵੇਖ ਕੇ ਲੱਤਾਂ ਕੰਬ ਗਈਆਂ। ਕਹਿੰਦੇ ਮਹਾਰਾਜ ਏਦਾਂ ਇੱਕ ਔਰਤ ਮੱਥਾ ਟੇਕਣ ਲੱਗੀ ਤੇ ਉਹਦਾ ਚਿਹਰਾ ਹੀ ਇੰਨਾ ਸੁੰਦਰ ਸੀ ਵੀ ਮੈਂ ਕਰਦਾ ਕਰਦਾ ਨੇਮ ਤੇ ਉਹਦੇ ਚਿਹਰੇ 'ਚ ਗਵਾਚ ਗਿਆ। ਮਹਾਰਾਜ ਸਾਹਿਬ ਜੀ ਨੂੰ ਸੱਚ ਦੱਸਤਾ। ਸੱਚ ਦੱਸ ਦਿਓ ਬੰਦਾ ਬਚ ਜਾਂਦਾ।
ਲੁਕਾਉਣਾ ਨਹੀਂ, ਇੱਥੇ ਆ ਕੇ ਲੁਕਾਵਾਂਗੇ ਕੀ ਕਰਾਂਗੇ? ਬਾਹਰ ਗਲਤੀ ਕਰਾਂਗੇ ਤੇ ਇੱਥੇ ਬਖਸ਼ਾ ਲਾਂਗੇ। ਜਿਹੜਾ ਇੱਥੇ ਗਲਤੀ ਕਰੂਗਾ ਉਹ ਵੇਖਿਆ ਹੀ ਆਪਾਂ, ਬਖਸ਼ਿਆ ਨਹੀਂ ਨਾ ਗਿਆ। ਉਸੇ ਵੇਲੇ 15 ਮਿੰਟਾਂ 'ਚ ਉਹਨੂੰ ਕੋਈ ਗੋਲੀ ਨਹੀਂ ਮਾਰੀ, ਤੀਰ ਨਹੀਂ ਮਾਰਿਆ, ਚਪੇੜਾਂ ਮਾਰ ਮਾਰ ਕੇ ਮਾਰਤਾ। ਇਹ ਜਿਉਂਦੀ ਜਾਗਦੀ ਉਦਾਹਰਨ ਹੈ। ਕੋਈ ਉਹਨੂੰ ਕਿਰਪਾਨ ਨਹੀਂ ਮਾਰੀ, ਕੁਝ ਵੀ, ਮੁੱਕੀਆਂ ਮਾਰ ਮਾਰ ਕੇ ਮਾਰਤਾ ਸੰਗਤ ਨੇ। ਤੋ ਇਸ ਕਰਕੇ ਸਾਧ ਸੰਗਤ ਜੀ, ਜਿਹੜਾ ਬਾਹਰ ਕਰੂ ਇੱਥੇ ਬਖਸ਼ਾਊ, ਤੇ ਜਿਹੜਾ ਇੱਥੇ ਆ ਗਿਆ ਉਹ ਤਾਂ ਕਿਤੇ ਨਹੀਂ ਬਖਸ਼ਿਆ ਜਾਣਾ। ਤੇ ਪੰਜਵੀਂ ਨਮਾਜ਼ ਹੈ ਸਿਫਤ। ਇਹ ਥੋੜ੍ਹੀ ਜਿਹੀ ਕਰ ਲਈ ਦੀ ਵੀ ਕਿਤੇ ਇੱਦਾਂ ਮੌਕਾ ਮਿਲੇ ਕਥਾ ਕੀਰਤਨ ਭੋਗ ਤੇ ਕਿਤੇ ਨਾ ਕਿਤੇ ਆਪਾਂ ਬਹਿ ਜਾਈਦਾ ਝੱਟ। ਇਹ ਨਮਾਜ਼ ਜ਼ਰੂਰ ਆਪਾਂ ਅਦਾ ਕਰੀ ਦੀ। ਬਾਕੀ 4 ਅਜੇ ਪੈਂਡਗੀ ਪਈਆਂ ਵਾ। ਆਓ ਥੋੜਾ ਜਿਹਾ ਕਰੋ ਕਿਰਪਾ। ਵਾਹਿਗੁਰੂ 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 ਵਾਹਿਗੁਰੂ। ਧੰਨ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜੋ ਸ਼ੈਤਾਨ ਮਝਾਇਆ, ਕਹਿੰਦੇ ਆਪਾਂ ਕਿਹਦਾ ਤੂੰ ਗੁਰਦੁਆਰੇ ਨਹੀਂ ਆਉਂਦਾ, ਬਾਣੀ ਨਹੀਂ ਪੜ੍ਹਦਾ, ਸੇਵਾ ਨਹੀਂ ਕਰਦਾ। ਬਾਬਾ ਫਰੀਦ ਸਾਹਿਬ ਕਹਿੰਦੇ ਵਸ ਨਹੀਂ ਕਿਸੇ ਦੇ। ਦਰਅਸਲ ਜਿਹੜੇ ਸ਼ੈਤਾਨ ਦੇ ਕਾਬੂ ਆ ਗਏ ਨਾ, ਉਹਨਾਂ ਨੂੰ ਗੁਰੂ ਲਾਗੇ ਨਹੀਂ ਆਉਣ ਦਿੰਦਾ ਸ਼ੈਤਾਨ। ਮੰਨ ਲਓ ਗੁਰੂ ਸਾਹਿਬ ਅਖੰਡ ਪਾਠ ਆਰੰਭ, ਭੈਣਾਂ ਬੈਠੀਆਂ ਤੇ 7 ਵਜੇ ਸਾਰੇ ਸੌਂ ਜਾਂਦੇ, ਤਕਰੀਬਨ 8 ਵਜੇ ਬਾਣੀ ਨਹੀਂ ਸੁਣੀ, ਪਾਠ ਚੱਲਦਾ। ਤੇ ਉਹੀ ਕਿਤੇ ਰਾਤ ਨੂੰ ਘਰ 'ਚ ਕੋਈ ਪ੍ਰੋਗਰਾਮ ਹੋਵੇ, ਕੋਈ ਪਾਰਟੀ ਹੋਵੇ, ਤੇ ਰਾਤ ਦਾ 1 ਵੱਜ ਜਾਂਦਾ। ਜਾਣੀ ਸ਼ੈਤਾਨ ਵੱਲ ਨੂੰ ਥੱਕਦਾ ਵੀ ਨਹੀਂ ਬੰਦਾ, ਅੱਕਦਾ ਵੀ ਨਹੀਂ ਹੈ। ਹੁਣ ਤੁਸੀਂ ਹੱਸੋਗੇ ਤੇ ਕਿਤੇ ਵਿਆਹ ਦੇ ਵਿੱਚ ਮੰਨ ਲਓ ਦਾਰੂ ਛਿੱਕੇ ਦਾ ਕਾਰਜ ਹੈ, ਤੇ ਕੋਈ ਕਿਸੇ ਨੂੰ ਤੜਕੇ 3 ਵਜੇ ਕਹਿ ਦੇ ਵੀ ਆਪਾਂ ਇੰਨੀਆਂ ਪੇਟੀਆਂ ਲਿਆਉਣੀਆਂ ਆ ਜੀ, ਤੇ ਉਹ 3 ਦੀ ਬਜਾਏ 2:30 ਵਜੇ ਆ ਜਾਂਦਾ ਵੀ ਟਾਈਮ ਨਾਲ ਲਿਆਉਣੀਆਂ। ਤੇ ਜੇ ਉਹਨੂੰ ਕਹਿ ਦੇ ਵੀ ਸ਼ਹੀਦੀ ਦਿਹਾੜਾ ਗੁਰਦੁਆਰੇ ਆਉਣਾ, ਤੇ ਉਹਨੇ ਕਹਿਣਾ ਮੈਨੂੰ ਤਾਂ ਜਾਗ ਹੀ ਨਹੀਂ ਆਈ, ਆਖੋ ਸਤਿਨਾਮ। ਇਸ ਕਰਕੇ ਬਾਣੀ ਕਹਿੰਦੀ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਤੁਮਾਰੇ। ਬਾਬਾ ਫਰੀਦ ਸਾਹਿਬ ਕਹਿੰਦੇ ਇਹ ਸ਼ੈਤਾਨ ਦੇ ਕਾਬੂ ਆ ਗਏ, ਨਹੀਂ ਆ ਸਕਦੇ। ਹਾਂਜੀ, ਜੇ ਸਾਈਂ ਲੋੜ ਹੈ ਸਭ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ 24 ਸਾਲ, ਕਈਆਂ 36 ਲਿਖੇ ਆ, ਪਹਿਲਾਂ ਜੰਗਲ 'ਚ ਹੀ ਰਹੇ, ਗੁਰੂ ਧਾਰਨ ਨਹੀਂ ਕੀਤਾ। ਫਿਰ ਜਦੋਂ ਖਿੱਚ ਵੱਜੀ ਵੀ ਗੁਰੂ ਬਿਨਾਂ ਗਤ ਨਹੀਂ ਹੁੰਦੀ, ਤੇ ਫਿਰ ਕਰਾਮਾਤਾਂ ਆ ਗਈਆਂ ਸਿਮਰਨ ਕਰਕੇ, ਪਰ ਗੁਰੂ ਨਹੀਂ ਸੀ ਹੈਗਾ। ਕਹਿੰਦੇ ਫਿਰ ਜਦੋਂ ਬਖਤਿਆਰ ਕਾਕੀ ਨੂੰ ਮਿਲਣ ਆਏ ਨਾ, ਆਪਣੇ ਮੁਰਸ਼ਿਦ ਨੂੰ, ਉੱਥੇ ਬੱਚੇ ਖੇਡ ਰਹੇ ਸੀ ਗੇਂਦ ਨਾਲ, ਬਾਲ ਨਾਲ, ਤੇ ਕਾਕੀ ਸਾਹਿਬ ਵੀ ਬੱਚਿਆਂ ਨਾਲ ਬੜਾ ਪਿਆਰ ਕਰਦੇ ਸੀ। ਕਹਿੰਦੇ ਵੀ ਉਹ ਬੱਚਿਆਂ ਨੇ ਖੇਡਦਿਆਂ ਖੇਡਦਿਆਂ ਬਾਲ ਤਾਂ ਸੁੱਟੀ, ਤੇ ਫਰੀਦ ਪਹਿਲੀ ਵਾਰੀ ਆਇਆ, ਤੇ ਹੁਣ ਹਰ ਬੰਦਾ ਦਿਖਾਉਣਾ ਚਾਹੁੰਦਾ ਕਿ ਮੈਂ ਕੁਛ ਹਾਂ। ਤੇ ਉਹਨੇ ਕੀ ਕੀਤਾ, ਫਰੀਦ ਸਾਹਿਬ ਜੀ ਨੇ ਜਦੋਂ ਉਹਨਾਂ ਬਾਲ ਸੁੱਟੀ, ਤੇ ਫਰੀਦ ਸਾਹਿਬ ਕਹਿੰਦੇ ਬਿਸਮਿਲ੍ਲਾ, ਉਹ ਜਿਹੜੀ ਗੇਂਦ ਸੀ ਉੱਪਰ ਹੀ ਖਿਲਾਰਤੀ, ਭਾਵ ਕਰਾਮਾਤ ਵਿਖਾਈ। ਉਹ ਗੇਂਦ ਥੱਲੇ ਨਾ ਆਵੇ, ਬੱਚੇ ਰੋਣ, ਤੇ ਰੋਂਦੇ ਰੋਂਦੇ ਆਪਣੇ ਮੁਰਸ਼ਿਦ ਕੋ ਗਏ। ਕਹਿੰਦੇ ਬਾਪੂ ਪਤਾ ਨਹੀਂ ਇੱਕ ਕੌਣ ਆਇਆ ਲੰਮੇ ਚੋਲੇ ਵਾਲਾ, ਸਾਡੀ ਗੇਂਦ ਆਕਾਸ਼ 'ਚ ਹੀ ਰੋਗੀ ਹੈ। ਉੱਠੇ ਮੁਰਸ਼ਿਦ ਜੀ, ਜਾ ਕੇ ਵੇਖਿਆ ਫਰੀਦ ਸਾਹਿਬ ਹੱਸਦਾ ਹੈ। ਗੁੱਸੇ ਹੋ ਗਿਆ ਉਸਤਾਦ, ਕਹਿੰਦਾ ਓਏ ਨਕੰਮਿਆ, ਓਏ ਤੂੰ ਆਇਆ ਕਿੱਧਰ ਹੈ? ਕਹਿੰਦਾ ਗੁਰੂ ਪਾਉਣ, ਮੁਰਸ਼ਿਦ ਲੱਭਣ। ਕਹਿੰਦਾ ਵੀ ਕਿਸੇ ਦਾ ਦਿਲ ਤੋੜ ਕੇ ਰੱਬ ਕਦੇ ਨਹੀਂ ਮਿਲਦਾ, ਆਖੋ ਸਤਿਨਾਮ ਵਾਹਿਗੁਰੂ। ਕਿਸੇ ਦਾ ਦਿਲ ਤੋੜ ਕੇ ਰੱਬ ਮੰਦਰ ਢਾਹ ਦੇ, ਮਸਜਿਦ ਢਾਹ ਦੇ ਜੋ ਕੋਈ ਢਹਿੰਦਾ, ਪਰ ਕਿਸੇ ਦਾ। ਕਹਿੰਦਾ ਤੂੰ ਮੁਰਸ਼ਿਦ ਦੀ ਗੱਲ ਕਰਦਾ, ਤੈਨੂੰ ਤਾਂ ਥਾਂ ਨਹੀਂ ਮਿਲਣੀ, ਕਿਉਂਕਿ ਬੱਚੇ ਰੱਬ ਰੂਪ ਹੁੰਦੇ ਐ, ਬੱਚੇ ਖੇਡਣ ਦੇ ਆ, ਤੇ ਤੂੰ ਮੇਰੀ ਜ਼ਿੰਦਗੀ ਦਾ ਹੈ, ਮੈਂ ਕਦੀ ਬੱਚੇ ਨੂੰ ਦਬਕਾ ਨਹੀਂ ਮਾਰਿਆ, ਜੋ ਮੈਂ ਸਿੱਖਿਆ ਆਪਣਾ। ਕਈ ਪ੍ਰਚਾਰਕ ਹੁੰਦੇ ਵਿੱਚ ਇਹ ਕਹਿੰਦੇ ਭਾਜੋ ਬਾਹਰ ਕੱਢੋ, ਐ ਨਾ, ਇਹ ਰੱਬ ਰੂਪ ਹੈ, ਬੇਸਮਝ ਹੈ। ਤੋ ਕਹਿੰਦੇ ਬੱਚਿਆਂ ਨੇ ਰੋਣਾ ਕੀਤਾ, ਤੇ ਬਖਤਿਆਰ ਕਾਕੀ ਜੀ ਕਹਿੰਦੇ ਫਰੀਦ ਜੀ ਤੁਹਾਨੂੰ ਅਦਬ ਨਹੀਂ ਸਿਖਾਇਆ ਕਿਸੇ ਨੇ ਵੀ ਹੱਸਦੇ ਨੂੰ
ਰਵਾਉਣ ਦਾ ਕੰਮ ਨਹੀਂ, ਫਕੀਰ ਤੇ ਰਵਾਉਂਦੇ ਨੂੰ ਹਸਾਉਂਦੇ ਜ਼ਰੂਰ ਹੈ। ਤੂੰ ਅੱਜ ਬੱਚਿਆਂ ਦਾ ਦਿਲ ਤੋੜਤਾ, ਬੱਚਿਆਂ ਦਾ ਦਿਲ ਰਵਾਇਆ ਤੂੰ, ਤੈਨੂੰ ਕੋਈ ਜਗ੍ਹਾ ਨਹੀਂ ਮਿਲਣੀ। ਫਰੀਦ ਸਾਹਿਬ ਜੀ ਤੂੰ ਇਹ ਕਰਾਮਾਤ ਵਿਖਾਈ ਹੈ, ਕਹਿਰ ਦਾ ਨਾਮ। ਕਹਿੰਦੇ ਫਰੀਦ ਸਾਹਿਬ ਜੀ ਰੋ ਪਏ, ਬਹੁਤ ਰੋਏ। ਕਹਿੰਦੇ ਗਲਤੀ ਹੋ ਗਈ, ਮੈਨੂੰ ਮੁਰਸ਼ਿਦ ਬਣਾ ਲਓ, ਮਰੀਦ ਬਣਾ ਲਓ ਵਾਹਿਗੁਰੂ। ਤੇ ਬਖਤਿਆਰ ਕਾਕੀ ਜੀ ਕਹਿੰਦੇ ਵੀ ਚੱਲ ਰੋ ਨਾ, ਸੇਵਾ ਕਰੀ ਜਾ ਮੇਰੀ, ਪਰ ਮੇਰੇ ਹੁਜਰੇ ਦੇ ਅੰਦਰ ਨਹੀਂ ਆਉਣਾ ਤੂੰ। ਇੱਕ ਵਾਰੀ ਸਾਰੀ ਸੰਗਤ ਹੱਥ ਜੋੜੋ, ਹੁਣ ਆਖੋ ਸਤਨਾਮ। ਆਪਾਂ ਇਸ ਵੇਲੇ ਗੁਰੂ ਅਰਜਨ ਸਾਹਿਬ ਦੀ ਗੋਦੀ 'ਚ ਬੈਠੇ ਹਾਂ। ਇਹ ਸੰਗਤੇ ਕੋਈ ਇਸ ਵੇਲੇ ਹਸਪਤਾਲ 'ਚ ਬੈਠੇ ਜੇ, ਥੱਲੇ ਬੈਠੇ ਪਏ, ਵੇਖਣ ਦਾ ਵੀ ਮਰੀਜ਼ ਦਾ ਉੱਤੋਂ ਆਇਆ ਨਹੀਂ ਕੋਈ ਸੁਨੇਹਾ। ਸ਼ੁਕਰ ਕਰਿਆ ਕਰੋ, ਵਿਆਹ ਕਰੋ, ਜਿੰਨਾ ਵੀ ਹੁੰਦਾ ਨਾ ਗੁਰੂ ਕੋਲ ਵੱਧ ਚੜ ਕੇ ਵਿਆਹ ਕਰੋ। ਇੱਥੇ ਬੜਾ ਕੁਝ ਮਿਲਣਾ ਬੈਠਿਆ, ਥਿਰ ਕਰ ਬੈਸੋ ਹਰਿ ਜਨ ਪਿਆਰੇ। ਕਹਿੰਦੇ ਤੂੰ ਅੰਦਰ ਨਹੀਂ ਆਉਣਾ। ਹੁਣ ਆਪਾਂ ਗੁਰੂ ਸਾਹਿਬ ਦੇ ਅੰਦਰ ਹੈ, ਕਿਤੇ ਐਵੇਂ ਥੋੜਾ ਤਰਸੀ ਆ, ਮਾਰੇ ਨੇ ਕੋਲੇ ਬਿਠਾਇਆ ਆਪਾਂ ਨੂੰ, ਕਿਉਂਕਿ ਵੱਡੇ ਲੋਕ ਵੱਡਿਆਂ ਨੂੰ ਅੰਦਰ ਬੁਲਾਉਂਦੇ ਡਰਾਇੰਗ ਰੂਮ 'ਚ, ਨਿੱਕੇ ਨੂੰ ਬਾਹਰ ਬਿਠਾਉਂਦੇ ਡਿਓੜੀ 'ਚ। ਇਹ ਤਾਂ ਵੱਡਿਆਂ ਦਾ ਵੱਡਾ ਏ, ਇਹਨੇ ਆਪਾਂ ਨੂੰ ਕੋਲੇ ਬਿਠਾਇਆ। ਤੋ ਕਹਿੰਦੇ ਫਰੀਦ ਸਾਹਿਬ ਨੂੰ ਮੁਰਸ਼ਿਦ ਜੀ ਕਹਿੰਦੇ ਵੀ ਅੰਦਰ ਨਹੀਂ ਆਉਣਾ ਮੇਰੇ, ਜਿੱਦਣ ਮੈਂ ਖੁਸ਼ ਹੋਊਂਗਾ ਤੇਰੀ ਭਗਤੀ ਤੋਂ ਤੈਨੂੰ ਉਧਰ ਅੰਦਰ ਸੱਦੂੰਗਾ, ਇੱਥੇ ਬਾਹਰ ਸੇਵਾ ਕਰੀ ਜਾ। 12 ਸਾਲ ਸੇਵਾ ਕਰਦੇ ਰਹੇ, 12 ਸਾਲ। ਇੱਥੇ ਤਾਂ 12 ਮਿੰਟ ਸੇਵਾ 'ਚ ਆਪਾਂ ਤਾਂ ਔਖੇ ਹੋ ਜਾਣਾ। ਤੋ ਉਦੋਂ ਇਹ ਸ਼ਲੋਕ ਜਿਹੜਾ ਭਾਈ ਸਾਹਿਬ ਜੀ ਨੇ ਉਚਾਰਨ ਕੀਤਾ, ਤੁਹਾਡੇ ਨਾਲ ਸਾਂਝ ਪਾਈ ਹੈ। ਥੀਓ ਪਵਾਹੀ ਦੱਬ, ਜੇ ਸਾਈਂ ਲੋੜੈ ਸਭ। ਕਹਿੰਦੇ ਇੱਕ ਦਿਬ ਦਾ ਨਾ ਮੈਪ ਬਣਿਆ, ਮੈਟ ਜਿੱਦਾਂ ਵਿਛਿਆ ਹੋਇਆ ਸਾਹਮਣੇ, ਹੁਣ ਤਾਂ ਕੱਪੜੇ ਦਾ, ਪਹਿਲਾਂ ਦੂਜੇ ਹੁੰਦੇ ਸੀ ਦਿਬ ਵਾਲੇ। ਉਹ ਅੰਦਰੋਂ ਹੁਜਰੇ ਦੇ ਬਾਹਰ ਰੱਖਿਆ ਸੀ, ਤੇ ਬਾਬਾ ਫਰੀਦ ਸਾਹਿਬ ਜੀ ਉਹਦੇ ਕੋਲ ਬੈਠੇ ਤੇ ਯਰਾ ਜਾਰ ਰੋ ਪਏ, ਅੱਖਾਂ ਚੋਂ ਹੰਝੂ। ਤੇ ਮੁਰਸ਼ਿਦ ਬਾਹਰ ਆਇਆ ਤੇ ਕਹਿੰਦਾ ਫਰੀਦ ਕੀ ਹੋਇਆ ਤੈਨੂੰ, ਅੱਜ ਇੰਨਾ ਰੋ ਕਾਤੋਂ ਰਿਹਾ ਏ? 12 ਸਾਲ ਹੋ ਗਏ, ਤੂੰ ਕਦੇ ਇੰਨਾ ਵਿਰਾਗ 'ਚ ਨਹੀਂ ਆਇਆ। ਕਹਿੰਦੇ ਜੀ ਕਾਰਨ ਇਹ ਹੈ ਕਿ ਮੈਂ ਤੇ ਆ ਤੁਹਾਡੇ ਇਸ ਮੁਸੱਲੇ ਵੱਲ ਵੇਖ ਕੇ ਰੋ ਪਿਆ, ਵੀ ਮੇਰੇ ਨਾਲੋਂ ਤੇ ਆ ਦਿਬ ਦਾ ਬਣਿਆ ਹੋਇਆ ਮੁਸੱਲਾ ਹੀ ਚੰਗਾ ਏ, ਜਿਹੜਾ ਰੋਜ਼ ਮੇਰੇ ਮੁਰਸ਼ਿਦ ਦੇ ਥੱਲੇ ਵਿਛਦਾ। ਆਖੋ ਸਤਨਾਮ। ਰੋਜ਼ ਮੇਰੇ, ਕਿਉਂਕਿ ਸੰਗਤੇ ਜਿਸ ਬੇਰੀ ਨੂੰ ਨਾਨਕ ਨੇ ਹੱਥ ਲਾਤਾ ਉਹ ਬੇਰ ਸਾਹਿਬ ਬਣ ਗਿਆ। ਜਿਨ੍ਹਾਂ ਪੱਥਰਾਂ ਨੂੰ ਨਾਨਕ ਨੇ ਹੱਥ ਲਾਤਾ ਹੱਟ ਸਾਹਿਬ ਬਣ ਗਿਆ। ਜਿਸ ਜੰਡ ਨੂੰ ਗੁਰੂ ਨੇ ਹੱਥ ਲਾਤਾ ਜੰਡ ਸਹਿਬੀ ਮਿਲਦੀ। ਉਦੋਂ ਚੰਦੋਆ ਕੱਪੜਾ ਸੀ ਦੁਕਾਨ ਤੇ, ਪਰ ਜਦੋਂ ਉੱਪਰ ਲੱਗਾ ਚੰਦੋਆ ਸਾਹਿਬ ਬਣ ਗਿਆ। ਤੁਸੀਂ ਬਾਹਰ ਤੁਰੇ ਫਿਰਦੇ, ਤੁਹਾਨੂੰ ਕੋਈ ਕਹਿੰਦਾ ਫਲਾਣਾ ਹੀ, ਜਦੋਂ ਸੰਗਤ 'ਚ ਬਹੋਗੇ ਭਾਈ ਸਾਹਿਬ ਬਣ ਗਿਆ ਕਿ ਭਾਈ ਸਾਹਿਬ ਜੀ ਹੋਰ ਠੀਕ ਠਾਕ। ਭਾਈ ਸਾਹਿਬ ਸ਼ਬਦ ਤੁਹਾਡੇ ਨਾਲ ਗੁਰਦੁਆਰੇ 'ਚ ਲੱਗਣਾ, ਸਾਹਿਬ ਬਾਹਰ ਨਹੀਂ ਲੱਗਣਾ। ਤੋ ਇਸ ਕਰਕੇ ਸਹਿਬੀ ਮਿਲਦੀ ਇੱਥੇ। ਤੇ ਫਰੀਦ ਸਾਹਿਬ ਕਹਿੰਦੇ ਵੀ 12 ਸਾਲ ਹੋ ਗਏ, ਮੈਨੂੰ ਵੀ ਅੰਦਰ ਬੁਲਾ ਲਾ, ਮੇਰੇ ਨਾਲੋਂ ਤਾਂ ਮੈਟ ਹੀ ਚੰਗਾ ਜਿਹੜਾ ਰੋਜ਼ ਤੇਰੇ ਥੱਲੇ ਵਿਛਦਾ ਹੈ। ਤੇ ਉਸ ਵੇਲੇ ਉਸਤਾਦ ਜੀ ਨੇ ਫਿਰ ਆਖਿਆ, ਕਹਿੰਦੇ ਫਰੀਦਾ ਇਸ ਵਿਛੇ ਹੋਏ ਮੈਟ ਨੂੰ ਪੁੱਛ ਤੇ ਸਹੀ ਵੀ ਇਹਨੇ ਕਿੰਨੀ ਮਿਹਨਤ ਕੀਤੀ, ਫਿਰ ਸਾਡੇ ਥੱਲੇ ਆਇਆ ਹੈ। ਛਿਜਹਿ ਬਿਆਨ ਤਾੜੀਐ, ਤਾਂ ਸਾਈਂ ਲੈ ਦਰਬਾੜੀਐ। ਕਹਿੰਦੇ ਇਸ ਦਿਬ ਨੂੰ ਪੁੱਛ ਫਰੀਦਾ, ਇਹਨੇ ਕਿੰਨੇ ਕਸ਼ਟ ਝੱਲੇ, ਐਵੇਂ ਨਹੀਂ ਮੇਰੇ ਥੱਲੇ ਵਿਛ ਗਈ। ਪਹਿਲਾਂ ਇਹ ਪਾਣੀ ਚੁੱਗੀ, ਹਾਂਜੀ, ਫਿਰ ਇਹਨੇ ਪਾਣੀ ਦਾ ਸੀਨਾ ਪਾੜ ਕੇ ਬਾਹਰ ਆਈ, ਫਿਰ ਜਵਾਨ ਹੋਈ, ਤੇ ਫਿਰ ਕਿਸੇ ਨੇ ਆਰੀ ਦੇ ਨਾਲ, ਦਾਤਰੀ ਦੇ ਨਾਲ ਇਹਨੂੰ ਪੈਰਾਂ ਤੋਂ ਕੱਟ ਸੁੱਟਿਆ। ਫਿਰ ਇਹਨੂੰ ਕੱਟ ਕੇ ਤੇ ਰਸਤੇ ਦੇ ਵਿੱਚ ਵਿਛਾਤਾ, ਜਿੱਥੋਂ ਲੋਕੀ ਲੰਘਦੇ ਟਰਾਲੀ ਗੱਡੇ ਲੈ ਕੇ, ਔਰ ਉਹ ਟਰਾਲੀਆਂ ਗੱਡਿਆਂ ਦੇ ਥੱਲੇ ਇਹਨੂੰ ਐਨ ਰੋਲਿਆ ਗਿਆ। ਜਦੋਂ ਐਨ ਇਹਦੀ ਆਕੜ ਭੱਜ ਗਈ ਨਾ, ਆਪਣੇ ਆਪ ਦੀ ਪ੍ਰੈਸ ਹੋ ਗਈ, ਤੇ ਫਿਰ ਇਹਨੂੰ ਚੁੱਕ ਕੇ ਪਾਣੀ 'ਚ ਡੁਬੋਇਆ। ਖਾਸ ਕਰ ਆਪਣੇ ਪੁਰਾਣੇ ਬਜ਼ੁਰਗ ਹੱਥੀਂ ਵੱਢਦੇ ਸੀ ਕਣਕ ਝੋਨਾ, ਤੇ ਉਹ ਬੇੜ ਮੈਂ ਵੀ ਵਟਾਏ ਆ, ਮੈਨੂੰ ਤਾਂ ਯਾਦ ਆ ਸਾਰਾ ਕੁਛ। ਉਹ ਇੱਕ ਪਾਸਿਓਂ ਕਹਿਣਾ ਤੂੰ ਗੇੜੀ ਜਾ, ਤੇ ਬਾਪੂ ਨੇ ਪਿੱਛੇ ਲਾਈ ਜਾਣੇ 2-2 ਤੀਲੇ। ਉਦੋਂ ਬੱਚੇ ਗੰਦਗੀ 'ਚ ਨਹੀਂ ਸੀ ਜਾਂਦੇ, ਕਿਉਂਕਿ ਹੁਣ ਵਿਹਲੇ ਸਾਰੇ ਮੋਬਾਇਲ 'ਚ ਹੀ ਆ ਦਿਨੇ ਰਾਤ, ਉਹ ਗੰਦਗੀ ਵੇਖੀ ਜਾਂਦੇ ਤਾਂ ਕਿੱਥੋਂ ਸੁਰਤ ਆਉਣੀ। ਉਦੋਂ ਕੰਮ ਹੱਥੀਂ ਸੀ, ਬੀਜੀ ਰਹਿੰਦੇ ਸੀ ਲੋਕ,
ਗੰਨੇ ਵੱਢ ਲਏ, ਕਮਾਦ ਕੱਢ ਲਿਆ, ਗੁੜ ਬਣਾ ਲਿਆ, ਦਿਬ ਦੇ ਹੱਥੀਂ ਵੱਢ ਲਈ ਵਗੈਰਾ ਵਗੈਰਾ। ਇਹ ਸ਼ਲੋਕ ਅੱਜ ਤੋਂ 900 ਸਾਲ ਪਹਿਲਾਂ ਉਚਾਰੇ ਆ, ਕਿਉਂਕਿ ਬਾਬਾ ਫਰੀਦ ਸਾਹਿਬ ਜੀ ਗੁਰੂ ਨਾਨਕ ਤੋਂ 400 ਗਾਲਬਨ 500 ਸਾਲ ਪਹਿਲਾਂ ਹੋਏ ਆ। ਤੇ ਉਹ ਕਿਹੜੇ ਵੇਲੇ ਇਹ ਬਾਣੀ ਉਚਾਰੀ ਗਈ ਉਹਨਾਂ ਦੇ ਮੁਖ ਚੋਂ, ਆਪਾਂ ਅੱਜ ਸੁਣ ਰਹੇ ਭਾਗਾਂ ਵਾਲਿਓ। ਤੇ ਉਸ ਵੇਲੇ ਫਰੀਦ ਸਾਹਿਬ ਜੀ ਕਹਿੰਦੇ, ਉਸਤਾਦ ਜੀ ਕਹਿੰਦੇ, ਫਰੀਦਾ ਇਹਨੂੰ ਕੱਟਿਆ, ਫਿਰ ਇਹਨੂੰ ਰਸਤੇ 'ਚ ਰੱਖਿਆ, ਲੋਕਾਂ ਨੇ ਐ ਮਿੱਧ ਸੁੱਟਿਆ, ਜਦੋਂ ਆਕੜ ਭੱਜੀ ਫਿਰ ਪਾਣੀ 'ਚ ਡੋਬਿਆ, ਤੇ ਫਿਰ ਇਹਨੂੰ ਵੱਟ ਚੜਾਇਆ, ਤੇ ਫਿਰ ਇਹਦੇ 'ਚ ਰੱਸੀ ਪਾ ਕੇ ਤੇ ਇਹਦਾ ਮੈਟ ਤਿਆਰ ਕੀਤਾ। ਆਖੋ ਸਤਨਾਮ ਵਾਹਿਗੁਰੂ। ਤੋ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਇੱਕ ਛਿਜੈ ਬਿਆਲ ਤਾੜੀਐ ਤਾਂ ਸਾਈਂ ਦੇ ਦਰਵਾੜੀਐ। ਫਰੀਦਾ ਐਵੇਂ ਨਹੀਂ ਆਇਆ ਮੇਰੇ ਥੱਲੇ, ਬਹੁਤ ਸੇਵਾ ਕੀਤੀ ਇਹਨੇ। ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤ ਲਾਏ, ਜੇ ਕੋ ਕਰੇ ਚਿਤ ਲਾਏ, ਜੇ ਕੋ ਕਰੇ ਚਿਤ ਲਾਏ, ਜੇ ਕੋ ਕਰੇ ਚਿਤ ਲਾਏ। ਬੜੀ ਔਖੀ ਹੈ ਮੰਜ਼ਿਲ ਫਕੀਰਾਂ ਦੀ, ਬੜੀ ਔਖੀ ਹੈ ਮੰਜ਼ਿਲ ਫਕੀਰਾਂ ਦੀ, ਬੜੀ ਔਖੀ ਹੈ ਮੰਜ਼ਿਲ ਫਕੀਰਾਂ ਦੀ, ਬੜੀ ਹੈ ਮੰਜ਼ਿਲ ਫਕੀਰਾਂ ਦੀ। ਅੱਜ ਦੇ ਦਿਨ ਆਨੰਦਪੁਰ ਛੱਡਤਾ ਸੀ ਮਹਾਰਾਜ, ਤੇ ਉਹ ਕਥਾ ਜਦੋਂ ਪੜ੍ਹੀ ਦੀ ਨਾ, ਬੋਲ ਨਹੀਂ ਹੁੰਦਾ ਸੰਗਤੇ। ਇੱਕ ਘੋੜੇ ਤੇ ਮਾਂ ਗੁਜਰ ਕੌਰ, ਅਗਲੇ ਪਾਸੇ ਬਾਬਾ ਫਤਿਹ ਸਿੰਘ ਬਿਠਾਇਆ। ਪੁੱਤਾਂ ਵਾਲਿਓ ਭੁੱਲ ਨਾ ਜਾਇਓ ਪੁੱਤਾਂ ਦੀ ਕੁਰਬਾਨੀ ਨੂੰ। ਅੱਜ ਦੇ ਦਿਨ ਸੰਗਤੇ 5 ਰੁਪਈਏ ਛੱਡਣੇ ਔਖੇ ਆ। ਬਾਪੂ ਨੇ ਆਪਣਾ ਘਰ ਛੱਡਤਾ ਸਾਡੇ ਕਰਕੇ, ਤੇ ਅਸੀਂ ਇੰਨੇ ਕੁ ਮਾਫ ਕਰਿਓ ਨਿਕੰਮੇ ਆ, ਅਸੀਂ ਅੰਮ੍ਰਿਤ ਵੇਲੇ 10 ਮਿੰਟ ਮੱਥਾ ਟੇਕਣ ਨਹੀਂ ਆਉਂਦੇ। ਰੱਬ ਨੇ ਕੋਠੀਆਂ 20-20 ਕਰੋੜ ਦੀਆਂ ਦਿੱਤੀਆਂ ਹੈ, ਤੇ ਗੁਰੂ ਸਾਹਿਬ ਸਾਡੇ ਬਦਲੇ ਘਰ ਛੱਡਤਾ, ਪਿਓ ਛੱਡਤਾ, ਮਾਂ ਸ਼ਹੀਦ ਹੋ ਗਈ, ਆਪਣੇ ਪੁੱਤ ਸ਼ਹੀਦ ਕਰਾਏ ਆ 15 ਕੁ ਦਿਨਾਂ ਦੇ ਵਿੱਚ ਵਿੱਚ। ਚਲੋ ਸਾਰਾ ਸਾਲ ਨਹੀਂ ਆ, 15 ਕੁ ਦਿਨ ਜ਼ਿਆਦੇ ਤੇ ਨਹੀਂ ਜੇ ਬੰਦਾ ਮਹਾਰਾਜ ਦੇ ਦਰਸ਼ਨ ਕਰੇ ਸਵੇਰੇ ਸ਼ਾਮ, ਕੋਈ ਵੱਡੀ ਗੱਲ ਨਹੀਂ ਹੈ। ਤੇ 20-20 ਦਿਨ ਹਸਪਤਾਲਾਂ 'ਚ ਵੀ ਰਹਿ ਆਈਦਾ, ਨਾਲੇ 5-7 ਲੱਖ ਦੇਈਦਾ। ਇੱਥੇ ਤਾਂ ਮਾਰੇ ਕਹਿੰਦੇ ਤੂੰ ਦੇਗ ਵੀ ਨਾ ਲਿਆ, ਰਮਾਲਾ ਆ ਜਾਇਆ ਕਰ, ਬਹਿ ਜਾਇਆ ਕਰ, ਇਹ ਸ਼ਹਾਦਤ ਦੇ ਦਿਨ ਹੈ। ਤੋ ਜਿੱਦਾਂ ਫਰੀਦ ਸਾਹਿਬ ਜੀ ਨੂੰ ਉਸਤਾਦ ਜੀ ਕਹਿੰਦੇ, ਪੁੱਤ ਸੁਰਮਾ ਆਪਣਾ ਆਪ ਰਗੜਾਏ ਪਹਿਲਾਂ, ਫਿਰ ਕਿਸੇ ਦੀ ਅੱਖ ਦੀ ਧਾਰ ਬਣਦਾ। ਫੁੱਲ ਆਪਣਾ ਤਨ ਚਰਵਾਏ ਪਹਿਲਾਂ, ਫਿਰ ਕਿਸੇ ਦੇ ਗਲੇ ਦਾ। ਲੰਮੀ ਉਮਰ ਪਹਿਲਾਂ ਸਿੱਪੀ ਵਿੱਚ ਕੱਟੀ, ਮੋਤੀ ਜ਼ੁਲਫ ਦਾ ਫੇਰ ਸ਼ਿੰਗਾਰ ਬਣਦਾ। ਇੱਥੇ ਦੌਲਤ ਜਗੀਰਾਂ ਦੀ ਲੋੜ ਨਹੀਂ ਕੋਈ, ਸਿਰ ਦੇਣ ਵਾਲਾ ਸਰਦਾਰ ਬਣਦਾ। ਜੇ 450 ਫੁੱਟ ਬੁਰਜ 'ਚ ਬੈਠੇ ਭੁੱਖੇ ਧਿਆਏ, ਇਹ ਦਾਦੀ ਦੇ ਮਗਰ ਮਗਰ ਵਾਹਿਗੁਰੂ 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 ਜਪਦੇ ਸੀ ਨਾ, ਅੱਜ ਨਿਸ਼ਾਨ ਸਾਹਿਬ ਵੀ ਉਹਨਾਂ ਦੇ ਝੂਲਦੇ। ਤੇ ਜਿਨ੍ਹਾਂ ਲੋਕਾਂ ਨੇ ਲਾਲਚ ਕੀਤਾ ਸੀ, ਗੁਰੂ ਕੇ ਲਾਲਾਂ ਤੇ ਜ਼ਬਰ ਕੀਤਾ ਸੀ, ਉਹਨਾਂ ਦੀ ਮੜੀ ਤੇ ਤਾਂ ਦੀਵਾ ਵੀ ਨਹੀਂ ਜਗਾਉਂਦਾ ਕੋਈ। ਇਸ ਕਰਕੇ ਜਦੋਂ ਭੋਗ ਪੈਂਦਾ ਸ਼ਲੋਕ ਆਉਂਦਾ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਗੁਰਵੰਤ। ਮਾਰੇ ਕਹਿੰਦੇ ਕੋਈ ਵਿਰਲਾ ਹੀ ਹੈ ਜਿਹੜਾ ਗੁਰੂ ਦਾ ਮੰਤਰ ਜਪਦਾ। ਆ ਤੁਸੀਂ ਭਾਗਾਂ ਵਾਲੇ ਹੋ, ਬਾਕੀ ਦੁਨੀਆ ਖਾ ਪੀ ਕੇ ਆਨੰਦ ਨਾਲ ਸੁੱਤੇ ਐਸ਼ ਪ੍ਰਸਤੀ ਵਿੱਚ। ਤੋ ਬਾਬਾ ਫਰੀਦ ਸਾਹਿਬ ਦੇ ਮੁਰਸ਼ਿਦ ਨੇ ਆਖਿਆ, ਫਰੀਦਾ ਉੱਠ ਆ ਜਾ, ਅੱਜ ਤੈਨੂੰ ਮੈਂ ਅੰਦਰ ਲਿਜਾਵਾਂ। ਸੰਗਤੇ 12 ਸਾਲਾਂ ਬਾਅਦ ਮੁਰਸ਼ਿਦ ਨੇ ਬਾਂਹ ਫੜੀ, ਅੰਦਰ ਲਗਿਆ ਜਿੱਥੇ ਬਹਿੰਦਾ ਸੀ। ਕਹਿੰਦੇ ਅੱਜ ਤੂੰ ਪਾਸ ਹੈ, ਤੇ ਅੱਜ ਮੇਰੀ ਵੀ ਆਖਰੀ ਰਾਤ ਹੈ, ਅੱਜ ਰਾਤ ਨੂੰ ਮੈਂ ਵੀ ਚਲਾ ਜਾਣਾ।
ਤੋ ਇਸ ਕਰਕੇ ਰੂਹਾਨੀਅਤ ਦੇ ਕਿੱਸੇ ਜਿਹੜੇ ਰੂਹਾਨੀਅਤ ਭਰਦੇ ਬੰਦੇ ਦੇ ਅੰਦਰ, ਤੇ ਅਸੀਂ ਰੂਹਾਨੀਅਤ ਨਹੀਂ ਲੈਂਦੇ, ਅਸੀਂ ਪੁੱਛਦੇ ਬਾਬਾ ਜੀ ਇਹ ਕਿਹੜੀ ਕਿਤਾਬ 'ਚ ਲਿਖਿਆ, ਇਹ ਕਿਉਂ ਹੋਇਆ, ਇਹ ਕਿੱਦਾਂ ਹੋਇਆ। ਬਸ ਜਦੋਂ ਤਰਕ ਆ ਜਾਂਦੀ ਉੱਥੇ ਖਤਮ ਹੋ ਜਾਣਾ। ਤੋ ਬਾਬਾ ਫਰੀਦ ਸਾਹਿਬ ਜੀ ਨੂੰ ਫਿਰ ਸਾਈਂ ਦਾ ਪਿਆਰ ਮਿਲਿਆ। ਇਹ ਮੰਜ਼ਿਲ ਫਕੀਰੀ ਵਾਲੀ ਮਿਲਦੀ ਮਰ ਮਰ ਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਖੁਦਾ ਨੇ ਆਖਿਆ ਸੀ ਪੰਡ ਚੁੱਕ ਲੇਗਾ। ਮਹਾਰਾਜ ਕਹਿੰਦੇ ਜ਼ਰੂਰ ਚੁੱਕਾਂਗੇ। ਕਹਿੰਦੇ ਇਸ ਪੰਡ ਦੇ ਵਿੱਚ ਦੁੱਖ ਹੀ ਦੁੱਖ ਆ, ਤੇ ਜਿੰਨੇ ਵੀ ਚੁੱਕੀ ਉਹ ਬਹੁਤਾ ਚਿਰ ਨਹੀਂ ਕੱਢਿਆ, ਡਿੱਗ ਪਿਆ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਰਹਿਬਰੀ ਪੁਰਸ਼ ਸਨ ਜਿਨ੍ਹਾਂ ਨੇ ਪੰਡ ਚੁੱਕੀ ਪਟਨਾ ਸਾਹਿਬ ਤੋਂ, ਹਜੂਰ ਸਾਹਿਬ ਜਾ ਕੇ ਰੱਖੀ, ਪਰ ਰਸਤੇ 'ਚ ਡਿੱਗੀ ਨਹੀਂ ਕਿਤੇ, ਆਖੋ ਸਤਿਨਾਮ। ਇਸ ਕਰਕੇ ਬਾਬਾ ਫਰੀਦ ਸਾਹਿਬ ਫਕੀਰੀ ਦੀ ਬਾਤ ਪਾਉਂਦੇ ਹਨ। ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇਡ ਨਾ ਕੋਏ। ਨੋਟ ਕਰਿਓ ਸੁਣ, ਕਦੇ ਵੀ ਮਿੱਟੀ ਲੱਗ ਜੇ ਨਾ ਸਰੀਰ ਨੂੰ, ਜਾਂ ਹਵਾ ਦਾ ਬੁੱਲਾ ਆਵੇ ਨਾ, ਕਈ ਵਾਰੀ ਆਪਾਂ ਗੁੱਸੇ 'ਚ ਸ਼ਬਦ ਗਲਤ ਬੋਲ ਦਿੰਨੇ। ਮੰਨ ਲਓ ਟੌਰ ਟੂਰ ਕੱਢ ਕੇ ਨਿਕਲੇ ਆ ਤੇ ਬੁੱਲਾ ਆਇਆ ਤੇ ਘੱਟਾ ਪੈ ਗਿਆ ਤੇ ਬੰਦਾ ਆਂਦਾ ਬੇੜਾ ਗਰਕ ਜੇ ਰੱਬਾ, ਹਵਾ ਨੇ ਵੀ ਹੋਣੀ ਆਉਣਾ, ਮਰਨਾ ਸੀ, ਮੇਰੇ ਕੱਪੜੇ ਖਰਾਬ ਕਰਤੇ ਹੈ। ਹੁਣ ਬਾਬਾ ਫਰੀਦ ਸਾਹਿਬ ਦੇ ਸਾਹਮਣੇ ਕੋਈ ਇੱਦਾਂ ਦੀ ਘਟਨਾ ਘਟੀ, ਕਿਸੇ ਦੇ ਬਸਤਰਾਂ ਤੇ ਜਦੋਂ ਮਿੱਟੀ ਪਈ ਤੇ ਉਹਨੇ ਮਿੱਟੀ ਮਾਨ, ਆ ਦਿੱਲੀ ਆਪਾਂ ਮਿੱਟੀ ਕਰਕੇ ਬੈਠੇ, 700 ਸ਼ਹੀਦੀਆਂ ਹੋਈਆਂ ਦਿੱਲੀ, ਫਿਰ ਜਾ ਕੇ ਕਿਤੇ ਰੱਦ ਕਾਨੂੰਨ ਹੋਏ, ਉਹ ਮਾਂ ਸੀ ਧਰਤੀ ਸਾਡੀ। ਤੇ ਬਾਬਾ ਫਰੀਦ ਸਾਹਿਬ ਜੀ ਵੀ ਕਹਿ ਰਹੇ, ਗੁਰੂ ਨਾਨਕ ਸਾਹਿਬ ਵੀ ਕਹਿੰਦੇ ਮਾਤਾ ਧਰਤ ਧਰਤੀ ਸਾਡੀ ਮਾਂ ਏ। ਤੇ ਪੁਰਾਣੇ ਸਮੇਂ 'ਚ ਬਜ਼ੁਰਗਾਂ ਕਹਿਣਾ, ਪੁੱਤ ਸਵੇਰੇ ਉੱਠ ਕੇ ਮੰਜੇ ਤੋਂ ਥੱਲੇ ਪੈਰ ਨਹੀਂ ਲਾਉਣੇ, ਪਹਿਲਾਂ ਹੱਥ ਲਾਉਣਾ, ਧਰਤੀ ਨੂੰ ਮੱਥਾ ਟੇਕਣਾ। ਇਹ ਆਪਣੇ ਦਾਦੀਆਂ ਦਾਦਿਆਂ ਕੋਲ ਅਸੀਂ ਸੁਣਦੇ ਸੀ ਵੀ ਪਹਿਲਾਂ ਜੁੱਤੀ ਨਾ ਪਾਇਆ ਕਰੋ, ਮੰਜੇ ਤੋਂ ਉੱਠ ਕੇ ਥੱਲੇ ਧਰਤੀ ਨੂੰ ਮੱਥਾ ਟੇਕਿਆ ਕਰੋ, ਮਾਂ ਏ। ਹੁਣ ਤੇ ਸਮਾਂ ਐਡਾ ਮਾੜਾ, ਕੋਈ ਆਪਣੀ ਮਾਂ ਨੂੰ ਮੱਥਾ ਨਹੀਂ ਟੇਕਦਾ, ਧਰਤੀ ਨੂੰ ਕਿਹਨੇ ਟੇਕਣਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰੀਦ ਸਾਹਿਬ ਜੀ ਕਹਿੰਦੇ ਖਾਕ ਨਾ ਨਿੰਦੀ ਹੈ, ਕਹਿੰਦੇ ਕਦੇ ਮਿੱਟੀ ਨੂੰ ਮਾੜਾ ਨਾ ਬੋਲਿਓ। ਮਿੱਟੀ ਨੂੰ ਤਾਂ ਲੋਕੀ ਮੱਥੇ ਨੂੰ ਲਾਉਂਦੇ ਆ। ਇੱਕ ਪਾਕਿਸਤਾਨ ਦੇ ਵਿੱਚੋਂ ਆਏ ਤੇ ਉਹਨਾਂ ਮਿੱਟੀ ਮੰਗਾਈ ਉੱਥੋਂ, ਪਹਿਲਾਂ ਉੱਧਰ ਸੀ ਨਾ, ਮੁੜ ਕੇ 1947 ਨੂੰ ਵੰਡ ਹੋਈ ਤੇ ਉਸ ਮਿੱਟੀ ਨੂੰ, ਉਹ ਬਜ਼ੁਰਗ ਦੀ ਵੀਡੀਓ ਆਈ, ਉਹਨੇ ਕਿਸੇ ਤੋਂ ਮੰਗਾਈ ਤੇ ਉਸ ਮਿੱਟੀ ਨੂੰ ਖੋਲ ਕੇ ਨਾ ਕੱਪੜੇ ਲਾ ਕੇ ਸਾਰੇ ਸਰੀਰ ਤੇ ਮਲਿਆ, ਮੱਥੇ ਤੇ ਮਲਿਆ। ਜਿਨ੍ਹਾਂ ਨੂੰ ਮੁਹੱਬਤ ਹੈ ਮਿੱਟੀ ਦੀ, ਸਰਹੱਦਾਂ ਤੇ ਸਾਡੇ ਜਵਾਨ ਸ਼ਹੀਦ ਹੁੰਦੇ ਮਿੱਟੀ ਕਰਕੇ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਧਰਮ ਸਪਤਨੀ ਰਾਣੀ ਜਿੰਦਾ ਗੋਰਿਆਂ ਦੇ ਕੋਲ ਉਹਦਾ ਡੈਥ ਹੋਣ ਲੱਗੀ ਤੇ ਉਹਨਾਂ ਪੁੱਛਿਆ ਵੀ ਤੇਰੀ ਇੱਛਾ ਕੀ ਹੈ? ਕਹਿੰਦੀ ਮੈਨੂੰ ਇੰਗਲੈਂਡ ਦੇ ਵਿੱਚ ਨਾ ਸਾੜਿਓ, ਮੇਰਾ ਸੰਸਕਾਰ ਨਾ ਇੱਥੇ ਕਰਿਓ, ਮੇਰੀ ਬਾਡੀ ਨੂੰ ਪੰਜਾਬ ਭੇਜਿਓ, ਜਿੱਥੇ ਮੇਰਾ ਸਰਦਾਰ ਸੰਸਕਾਰ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ, ਮੇਰਾ ਉੱਥੇ ਸੰਸਕਾਰ ਕਰਿਓ। ਇਹ ਮਿੱਟੀ ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ। ਐਵੇਂ ਨਹੀਂ ਇਸ ਮਿੱਟੀ ਨੂੰ ਧੰਨ ਕਹਿੰਦੇ ਸੰਗਤਿਆ। ਧਰਤੀ ਜਿੱਥੇ ਆਪਾਂ ਬੈਠੇ, ਚੱਪਾ ਚੱਪਾ ਗੁਰੂ ਨਾਨਕ ਦਾ ਪਿਆਰ ਹੈ। 72 ਬ੍ਰਹਮ ਗਿਆਨੀ ਡੱਲੇ 'ਚ ਹੋਏ ਜਿੱਥੇ ਆਪਾਂ ਬੈਠੇ ਆ ਇਸ ਵੇਲੇ। ਤੇ ਇਹ ਵੇਖੋ ਵੀ 72 ਬ੍ਰਹਮ ਗਿਆਨੀ ਜੇ ਆਪਾਂ ਕੈਨੇਡਾ ਤੋਂ ਜਾ ਕੇ ਆਏ, ਅਮਰੀਕਾ ਤੋਂ, ਤੇ ਉਹ ਇੱਥੇ ਕਿੰਨਾ ਵਿਚਰੇ ਹੋਣਗੇ। 8 ਗੁਰੂ ਸਾਹਿਬ ਦੇ ਚਰਨ ਪਏ ਤਾਂ ਜਰਾ ਜਰਾ ਬਹੁਤ ਪਵਿੱਤਰ ਹੈ। ਜੀ ਬੰਦਿਆਂ ਪੈਰਾਂ ਤਲੇ ਮਾਇਆ ਉਤਰ ਹੋਏ। ਕਹਿੰਦੇ ਮਿੱਟੀ ਨੂੰ ਚੁੰਮਿਆ ਕਰ, ਮਿੱਟੀ ਤੇ ਵਿਆਹ ਕਰ ਚਾਓ। ਪੁਰਾਣੇ ਬਜ਼ੁਰਗ ਨਾ ਪ੍ਰਸ਼ਾਦਾ ਛਕਦੇ ਥੱਲੇ ਬਹਿ ਜਾਣਾ, ਉਹਨੇ ਕਹਿਣਾ ਉਹ ਜਹੇਦਰਾ ਤੇਰੇ ਕੱਪੜੇ ਖਰਾਬ ਹੋ ਗਏ, ਤੇ ਉਹਨਾਂ ਨੇ ਕਹਿਣਾ ਬਹਿ ਜਾ ਬਹਿ ਜਾ। ਕਿਹੜੇ ਕੱਪੜੇ, ਇੱਕ ਦਿਨ ਮਿੱਟੀ 'ਚ ਹੀ ਵੜ ਜਾਣਾ। ਆਖੋ ਸਤਿਨਾਮ। ਮਿੱਟੀ ਨੂੰ ਪਿਆਰ। ਹੁਣ ਮਿੱਟੀ ਤੋਂ ਉੱਚੇ ਹੋ ਗਏ ਆਪਾਂ, ਜਿਵੇਂ ਜਿਵੇਂ ਉੱਚੇ ਹੁੰਦੇ ਜਾਂਦੇ ਆ ਉਵੇਂ ਦੁਖੀ ਆ। ਹੁਣ ਆਪਣੇ ਘਰਾਂ ਦੇ ਵਿੱਚ ਮਿੱਟੀ ਤਾਂ ਨਹੀਂ ਲੱਭਦੀ, ਤੇ 100 ਚੋਂ 99% ਪੁਰਾਣੇ ਬੱਚੇ ਮਿੱਟੀ 'ਚ ਖੇਡਦੇ ਸੀ, ਕਦੇ ਕੁਛ ਨਹੀਂ ਸੀ ਹੁੰਦਾ। ਤੇ ਅੱਜ ਘਰ ਦੇ ਵਿੱਚ ਡਟੋਲ ਹੈ, ਟੈਲ ਲੱਗੀ, ਤਾਂ ਵੀ ਡਾਕਟਰ ਕਹਿੰਦੇ ਇਹਨੂੰ ਇਨਫੈਕਸ਼ਨ ਹੋ ਗਈ ਹੈ। ਕਮਾਲ ਹੈ ਵੀ ਇੰਨੀ ਸਫਾਈ ਹੁੰਦਿਆਂ, ਇੰਨੀ ਕੇਅਰ ਹੁੰਦਿਆਂ ਵੀ ਇਨਫੈਕਸ਼ਨ। ਤੇ ਜਿਹੜੇ ਰਹਿੰਦੇ ਮਿੱਟੀ 'ਚ ਸੀ ਉਹਨਾਂ ਤੋਂ ਤਾਂ ਇਨਫੈਕਸ਼ਨ ਉੱਦਾਂ ਹੀ ਖਾ ਲਈ। ਆਖੋ ਸਤਿਨਾਮ। ਤੇ ਇਸ ਕਰਕੇ ਮਿੱਟੀ ਮਾਂ ਏ, ਤੇ ਕਮਲਿਓ ਮਾਂ ਦੀ ਗੋਦੀ 'ਚ ਕਦੇ ਇਨਫੈਕਸ਼ਨ ਨਹੀਂ ਹੁੰਦੀ ਬੱਚੇ ਨੂੰ। ਆਖੋ ਸਤਿਨਾਮ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮਾਂ ਮਿੱਟੀ ਨੂੰ ਮਾੜਾ ਨਾ ਬੋਲੀ, ਅੱਜ ਤੇਰੀ ਜੁੱਤੀ ਦੇ ਥੱਲੇ ਐ,
ਇੱਕ ਦਿਨ ਜਦੋਂ ਸੰਸਕਾਰ ਹੋਇਆ ਤੇ ਤੂੰ ਮਿੱਟੀ ਥੱਲੇ ਚਲਾ ਜਾਵੇਂਗਾ। ਸੁਨੀਤਾ ਜਾਂ ਲੱਭਤਾ ਨੇ ਹੋ ਕਿਆ, ਲੱਭਤਾ ਕੂੜਾ ਨੇਹ। ਕਹਿੰਦੇ ਜੇ ਤੂੰ ਮਤਬਲ ਨੂੰ ਹੀ ਮੱਥਾ ਟੇਕਣਾ ਅੱਲਾ ਨੂੰ, ਮਾਂ ਭਾਵ ਆਪਣਾ ਕੰਮ ਕਰਾਉਣ ਹੀ ਗੁਰਦੁਆਰੇ ਆਉਣਾ ਹੈ, ਤੇ ਫਿਰ ਤੇਰਾ ਕਾਹਦਾ ਪਿਆਰ ਹੈ। ਜਾਂ ਲੱਭ ਤਾਂ ਨੇ ਕਿਹਾ ਵੀ ਜੀ ਕਈ ਵਾਰ ਮਾਫ ਕਰਿਓ, ਆਪਾਂ ਲੋੜਾਂ ਦੇ ਮਾਰੇ ਆ ਸਾਰੇ, ਆਪਾਂ ਸੁਖਣਾ ਸੁਖੀ ਦੀ ਮਹਾਰਾਜ ਜੀ ਮੈਨੂੰ ਆਹ ਚੀਜ਼ ਭੇਟਾ ਕਰੋ, ਮੈਂ ਤੁਹਾਡਾ ਅਖੰਡ ਪਾਠ ਕਰਾਵਾਂਗਾ, ਜਾਂ ਮੈਂ ਤੁਹਾਡੇ ਪੱਖੇ ਦੀ ਸੇਵਾ ਕਰਾਂਗਾ, ਪੱਥਰ ਦੀ ਕਰਾਂਗਾ। ਅੱਜ ਬਾਬੇ ਫਰੀਦ ਸਾਹਿਬ ਨੇ ਇਸ ਨੂੰ ਵੀ ਰਿਜੈਕਟ ਕਰਤਾ। ਮਹਾਰਾਜ ਕਹਿੰਦੇ ਜੇ ਤੇ ਮਤਬਲ ਨਾਲ ਹੀ ਮੱਥਾ ਟੇਕਣ ਆਉਣਾ ਤੇ ਫਿਰ ਤੇਰਾ ਕਾਹਦਾ ਪਿਆਰ ਹੈ। ਤੇ ਕਰਦੇ ਵੈਸੇ ਆਪਾਂ ਇੱਦਾਂ ਹੀ ਹਾਂ। ਕਈ ਸੰਗਤਾਂ ਮਾਫ ਕਰਿਓ, ਮਾਈਂਡ ਨਾ ਕਰਨਾ, ਜਦੋਂ ਤਾਂ ਬਾਪੂ ਤੋਂ ਲੋੜ ਹੁੰਦੀ ਆ ਉਦੋਂ ਅਸੀਂ ਦੇ ਝਾੜੂ ਤੇ ਝਾੜੂ, ਦੇ ਪਾਣੀ ਤੇ ਪਾਣੀ, ਤੇ ਜਿੱਦਣ ਪਤਾ ਲੱਗ ਜਾਂਦਾ ਕਹਿੰਦੇ ਜੀ ਵੀਜ਼ਾ ਲੱਗ ਗਿਆ, ਮੁੜ ਕੇ ਕਦੇ ਮਹਾਰਾਜ ਦੇ ਘਰ ਵੱਲ ਮੂੰਹ ਨਹੀਂ ਕੀਤਾ। ਬਹੁਤਿਆਂ ਨੂੰ ਮੈਂ ਵੇਖਿਆ, ਮੈਂ ਤਾਂ ਕਹਿੰਦਾ ਹੁੰਦਾ ਨਾ ਮੇਰੇ ਹੱਥਾਂ ਥਣੀ ਹੋਇਆ ਸਭ ਕੁਝ। ਕਈਆਂ ਕੋ ਬੱਚੇ ਨਹੀਂ ਸੀ, ਕਿਉਂਕਿ ਵਜ਼ੀਰ ਇੱਕ ਹੁੰਦਾ ਗੁਰੂ ਘਰ ਦਾ ਝਾੜੂ ਮਰਦਾਰ, ਉਹਨੂੰ ਜੋ ਕਿਸੇ ਨੇ ਕਹਿਣਾ ਉਹਨੇ ਕਹਿ ਦੇਣਾ ਬਾਪੂ ਨੂੰ ਅੱਗੇ। ਪਰ ਜਦੋਂ ਮਹਾਰਾਜ ਬੱਚਾ ਦੇ ਦਿੰਦਾ ਤੇ ਫਿਰ ਉਹ ਜਿਨ੍ਹਾਂ ਨੂੰ ਅਰਦਾਸ ਕੀਤੀ ਹੁੰਦੀ ਨਾ ਬੱਚੇ ਦੀ, ਉਹਨਾਂ ਨੂੰ ਇਹ ਨਹੀਂ ਚੇਤਾ ਰਹਿੰਦਾ ਵੀ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਕੀਰਤਨੀਏ ਕਥਾ ਵਾਲਾ ਢਾਡੀ ਸਦਗੇ, ਉਹ ਫਿਰ ਪੁੱਠੇ ਬੰਨੇ ਪਾਲਟੀ ਕਰਕੇ ਡੀਜਾ ਲਾ ਦਿੰਦੇ। ਉਹਨਾਂ ਨੂੰ ਪੁੱਛਿਆ ਵੀ ਜਦੋਂ ਅਰਦਾਸ ਕਰਾਈ ਸੀ ਪੁੱਤ ਦੀ ਉਦੋਂ ਰੋਂਦੇ ਸੀ, ਤੇ ਅੱਜ ਤੁਹਾਨੂੰ ਚੇਤਾ ਨਹੀਂ ਆਇਆ ਵੀ ਘਰ 'ਚ ਬੱਚਾ ਆਇਆ ਸੁਖਮਨੀ ਸਾਹਿਬ ਦਾ ਪਾਠ ਵੀ ਨਹੀਂ ਕਰਾਇਆ? ਉਹ ਨਹੀਂ ਬਾਬਾ ਜੀ, ਉਹ NRI ਆਏ ਸੀ, ਉਹ ਫਿਰ ਇੱਦਾਂ ਉੱਦਾਂ। ਮੈਂ ਕਿਹਾ ਇੱਦਾਂ ਹੀ ਹੈ, ਬਾਣੀ ਨੇ ਸੱਚ ਹੀ ਲਿਖਿਆ ਵੀ ਕਾਮ ਪਰੇ ਹਰ ਸਿਮਰਿਐ। ਜਦੋਂ ਅਸੀਂ ਲੈਣਾ ਹੁੰਦਾ ਤੇ ਉਦੋਂ ਅਸੀਂ ਇੱਦਾਂ ਬੈਠੇ ਹੁੰਦੇ ਹਾਂ ਭਿੱਜੀ ਬਿੱਲੀ ਦੇ ਵਾਂਗੂ, ਮਹਾਰਾਜ ਸੁਣ ਲਾ ਸਾਡੀ। ਜਦੋਂ ਫਿਰ ਉਹ ਸੁਣ ਲੈਂਦਾ, ਗੱਫਾ ਦਿੰਦਾ ਮਾਇਆ ਦਾ, ਤੇ ਫਿਰ ਲੱਤਾਂ ਨਹੀਂ ਆਉਂਦੀਆਂ ਗੁਰੂ ਘਰ ਵੱਲੋਂ, ਫਿਰ ਮਾੜੇ ਬੰਦੇ ਨੂੰ ਜਦ ਗਈ। ਫਿਰ ਕਹਿੰਦਾ ਬਾਬਾ 2100 ਇੰਨਾ, ਇਹ ਤੇ ਬੜਾ ਜ਼ਿਆਦਾ, ਤੇ ਘਟਾਓ ਥੋੜਾ ਜਿਹਾ। ਤੇ ਦੂਜੇ ਬੰਦੇ ਰਾਤ ਨੂੰ 15 ਪ੍ਰਾਹੁਣੇ ਸੱਦੇ ਤੇ 50,000 ਦਾ। ਆਖੋ ਸਤਨਾਮ। ਉੱਥੇ ਨਹੀਂ ਬਾਂਹ ਲੱਤ ਕੰਬੀ, ਪਤੀਲੇ ਚੜ ਗਏ ਹੈ, ਗਲਾਸੀਆਂ ਲੱਗ ਗਈਆਂ ਤੇ ਨਾਲੇ ਸੁੱਟੇ ਉੱਤੋਂ। ਤੇ ਜਦੋਂ ਗੁਰੂ ਮਹਾਰਾਜ ਦਾ, ਤੇ ਉਦੋਂ ਕਹਿੰਦਾ ਜ਼ਿਆਦੇ ਆ ਵਾਹਿਗੁਰੂ। ਤੋ ਇਸ ਕਰਕੇ 3 ਚੀਜ਼ਾਂ ਮੁੱਲ ਨਹੀਂ ਵਿਕਦੀਆਂ, ਪਾਰਸ, ਪੁੱਤਰ ਤੇ ਪਿਆਰ। ਰਾਏ ਬੁਲਾਰ ਦੇ ਘਰ ਪੁੱਤਰ ਹੋਇਆ ਸੀ, ਗੁਰੂ ਨਾਨਕ ਅੱਗੇ ਅਰਦਾਸ ਕੀਤੀ ਸੀ ਉਹਨੇ, ਸੰਗਤੇ ਭੁੱਲਿਆ ਨਹੀਂ। 750 ਮੁਰੱਬਾ ਮੱਥਾ ਟੇਕ ਕੇ ਗਿਆ ਸੀ। ਤੇ ਅੱਜ ਬਹੁਤੇ ਇੱਥੇ ਅਰਦਾਸ ਕਰਾ ਲੈਂਦੇ ਐ, ਜਦੋਂ ਮਹਾਰਾਜ ਕਾਰਜ ਕਰ ਦਿੰਦਾ। ਇੱਕ ਨਾ ਇੱਥੇ ਲਾਗੇ ਸੀ ਨਗਰ ਨਿਹਾਲੂਵਾਲ ਤੋਂ, ਤੇ ਉਹਨਾਂ ਦਾ 5-7 ਵਾਰੀ ਰਿਫਿਊਜ ਹੋਇਆ। ਬੜੀ ਸੇਵਾ ਕੀਤੀ ਸੰਗਤ, ਇੱਥੇ ਸ਼ਾਮਾਂ ਦੀ ਕਥਾ ਦੀ ਅਰਦਾਸ ਸਾਰੀ ਸੰਗਤ ਦੀ ਕਰਤੀ ਤੇ ਲੱਗ ਗਿਆ। ਕਹਿੰਦੇ ਬਾਬਾ ਜੀ ਜਾਂਦਿਆਂ ਸੀ ਤੁਹਾਨੂੰ ਜੋ ਵੀ ਸੇਵਾ ਆਈ ਨਾ ਗੁਰੂ ਘਰ ਤੇ ਸਾਨੂੰ ਦੱਸਿਓ। 6ਵਾਂ ਮਹੀਨਾ ਅੱਜ ਚੜ ਗਿਆ, ਜਾ ਕੇ ਫੋਨ ਹੀ ਨਹੀਂ ਲਾਇਆ। ਤੇ ਮੈਂ ਲਾਏ 4-5 ਵੀ ਚਲੋ ਕੋਈ ਸਮਾਗਮ ਹੁੰਦਾ, ਕੋਈ ਇਹਨਾਂ ਨੂੰ ਕਹਿੰਦੇ ਸੇਵਾ, ਤੇ ਮੇਰਾ ਚੱਕਿਆ ਹੀ ਨਹੀਂ ਅੱਗੋਂ। ਤੇ ਮੈਂ ਕਿਹਾ ਵੀ ਸੰਗਤ ਵਿੱਚ ਜਕਾਰਾ ਛੱਡ ਕੇ ਤੇ ਗੁਰੂ ਮਾਰੇ ਤਾਂ ਜਾਮਣ ਬਣ ਗਏ ਨਾ। ਇਸ ਕਰਕੇ ਬਾਬੇ ਫਰੀਦ ਸਾਹਿਬ ਨੇ ਅੱਜ ਇਹ ਸ਼ਬਦ ਲਿਖਿਆ, ਕਹਿੰਦੇ ਜਾਂ ਲੱਭ ਤਾਂ ਨੇ ਕਿਆ। ਕਹਿੰਦੇ ਜੇ ਲਾਲਚ ਨੂੰ ਹੀ ਗੁਰੂ ਨੂੰ ਪਾਠ ਕਰਨਾ, ਮੱਥਾ ਟੇਕਣਾ, ਤੇ ਫਿਰ ਕੋਈ ਪਿਆਰ ਧਨਾ ਨਾ ਹੋਇਆ। ਇਹ ਤਾਂ ਰਿਸ਼ਤੇਦਾਰੀ ਵਾਲਾ ਕੰਮ ਮਤਬਲ ਵੀ ਜਿੰਨਾ ਕੁ ਚਿਰ ਰਿਸ਼ਤੇਦਾਰੀ ਮਤਬਲ ਦੇਊਗੀ ਤੇ ਉਹਨਾਂ ਚਿਰ ਵਰਤਾਂਗੇ। ਲੈ ਤੁਸੀਂ 25 ਵਾਰੀ ਮਤਬਲ ਦੇ ਦਿਓ, 1 ਵਾਰੀ ਜਵਾਬ ਦੇ ਦਿਓ, ਤੁਹਾਡਾ ਪਿਛਲਾ ਵੀ ਉੱਦਾਂ ਹੀ ਜਾਣਾ। ਇਹ ਫਿਦਰਤ ਹੈ ਦੁਨੀਆ ਦੀ। ਹਾਂਜੀ ਚਰ ਝੱਤ ਲੰਘਾਈ ਐ, ਛੱਪਰ ਟੁੱਟੈ ਮੇਹ। ਔਰ ਕਹਿੰਦੇ ਹਨ ਕਿ ਉਦਾਹਰਨ ਕਿੰਨੀ ਪਿਆਰੀ ਦਿੱਤੀ। ਕਹਿੰਦੇ ਮੰਨ ਲਓ ਮੀਂਹ ਆਉਂਦਾ ਹੋਵੇ ਤੇਜ਼, ਤੇ ਟੁੱਟਾ ਛੱਪਰ ਕਿੰਨਾ ਕੁ ਚਿਰ ਆਪਣੇ ਸਿਰ ਢੱਕ ਸਕਦਾ, ਕਿਉਂਕਿ ਉਹਨੇ ਉਹਦੇ ਅੱਗੇ ਹਾਰ ਜਾਣਾ। ਜਿਆਦੇ ਝੱਖੜ ਅੱਗੇ ਕਹਿੰਦੇ ਟੁੱਟੀ ਹੋਈ ਕੱਖਾਂ ਦੀ ਕੁੱਲੀ ਦੀ ਛੱਤ ਉਹਨੂੰ ਨਹੀਂ ਰੋਕ ਸਕਦੀ, ਭਾਵ ਅੰਦਰ ਬੈਠੇ ਨੂੰ ਭਿੱਜਣਾ ਪਵੇਗਾ। ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ। ਫਰੀਦ ਸਾਹਿਬ ਕਹਿੰਦੇ ਜੰਗਲ 'ਚ ਬਹੁਤ ਧੱਕੇ ਖਾਦੇ, ਅੱਲਾ ਨੂੰ ਲੱਭਦਾ ਸੀ, ਪਰ ਮੈਨੂੰ ਉੱਥੋਂ ਕੰਡੇ ਤੇ ਮੋੜੀਆਂ ਹੀ ਮਿਲੀਆਂ, ਹੋਰ ਕੁਛ ਨਹੀਂ ਲੱਭਾ। ਰੱਬ ਹਿਆਲੀ ਐ,
ਜੰਗਲ ਕਿਆ ਢੂੰਡੇ। ਕਹਿੰਦੇ ਜਿਸ ਰੱਬ ਨੂੰ ਮੈਂ ਜੰਗਲਾਂ 'ਚ ਲੱਭਦਾ ਸੀ, ਮੰਦਰਾਂ 'ਚ ਲੱਭਦਾ ਸੀ, ਕੰਦਰਾਂ 'ਚ ਲੱਭਦਾ ਸੀ, ਉਹ ਲੱਭਾ ਕਿੱਥੋਂ? ਮੇਰੇ ਅੰਦਰੋਂ। ਇੱਥੇ ਹੈ ਪ੍ਰਮਾਤਮਾ। ਇੱਥੋਂ ਹੀ ਤਾਂ ਲੱਭਣਾ ਵਾ ਜੇ ਆਪਣਾ ਸਾਰਾ ਸਿਸਟਮ ਸਾਫ਼ ਹੋ ਜੇ। ਹੁਣ ਗੱਡੀ 'ਤੇ ਤੁਸੀਂ ਆਏ ਸਾਰੇ, ਤੇ ਜਦੋਂ ਧੁੰਦ ਗੱਡੀ ਦੇ ਸ਼ੀਸ਼ੇ 'ਤੇ ਚੜ੍ਹ ਜਾਂਦੀ ਤੇ ਕੀ ਕਰਦੇ ਆ? ਅੰਦਰ ਹੀਟ ਤੇ ਬਾਹਰੋਂ ਵਾਈਪਰ ਚੱਲਦਾ। ਜਦੋਂ ਫਿਰ ਸ਼ੀਸ਼ਾ ਸਾਫ਼ ਹੁੰਦਾ ਤੇ ਫਿਰ ਸਾਹਮਣੇ ਸਾਰਾ ਦੀਦਾ ਰਸਤਾ। ਮਹਾਰਾਜ ਕਹਿੰਦੇ ਆ ਦਿਲ ਦਾ ਸ਼ੀਸ਼ਾ ਸਾਫ਼ ਕਰ ਲੈ, ਤੈਨੂੰ ਰੱਬ ਮਿਲ ਜੂ। ਪਰ ਇਹ ਸਾਫ਼ ਨਹੀਂ ਹੁੰਦਾ। ਇਹ ਤੇ ਪ੍ਰੋਗਰਾਮ ਬੜਾ ਜੰਮ ਗਿਆ। ਝੂਠ, ਨਿੰਦਿਆ, ਚੁਗਲੀ, ਈਰਖਾ, ਸਾੜਾ, ਇਹ ਸਾਰਾ ਕੁਝ ਤਾਂ ਜੰਮਿਆ ਪਿਆ ਇੱਥੇ। ਇਹਨੇ ਨਿਕਲ ਨਹੀਂ ਦੇਣਾ, ਰੱਬ ਦੇ ਦਰਸ਼ਨ ਹੋਣ ਨਹੀਂ ਦੇਣੇ ਇਹਨੇ। ਇਹੀ ਚੀਜ਼ ਬਣਦੀ ਹੈ ਕਿ ਬੰਦਾ ਸੁਖਮਨੀ ਸਾਹਿਬ ਦੇ 2 ਪਾਠ ਕਰਕੇ ਵੀ ਕਹਿੰਦਾ ਵੀ ਆ ਜਿਹੜਾ ਲਾਗੇ ਆਉਂਦਾ ਇਹ ਕਿਤੇ ਮਾਰੀ ਜਾਵੇ। ਤੇ ਉਹ ਪਾਠ ਕੀਤਾ ਕਾਹਦਾ? ਮਾਰੇ ਕਹਿੰਦੇ ਪਰ ਕਾ ਬੁਰਾ ਨਾ ਰੱਖੋ ਚੀਤ। ਵੀ ਸਵੇਰੇ ਨਿਤਨੇਮ ਕੀਤਾ, ਗੁਰਦੁਆਰੇ ਪ੍ਰਕਾਸ਼ ਕੀਤਾ ਤੇ ਜਾ ਕੇ ਆਪਣੇ ਗੁਆਂਢੀ ਦੀ ਵੱਟ ਵੱਢਤੀ। ਆਖੋ ਸਤਿਨਾਮ। ਇਹਨਾਂ ਚੀਜ਼ਾਂ ਕਰਕੇ ਮਿਲਾਪ ਨਹੀਂ ਹੋ ਰਿਹਾ। ਵੀ ਅਸੀਂ ਸਟੱਡੀ ਕਰ ਰਹੇ ਹਾਂ, ਪਰ ਜਦੋਂ ਪੇਪਰ ਆਉਂਦਾ ਹੈ ਤੇ ਉੱਥੇ ਲਿਖਦੇ ਹੀ ਕੁਝ ਨਹੀਂ। ਤੋ ਮਹਾਰਾਜ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੰਦਰੋਂ ਮਿਲਣਾ ਤੈਨੂੰ। ਬਾਣਾ ਜ਼ਰੂਰ ਦੁਨੀਆ ਪਾਈ ਫਿਰਦੀ, ਦਾਸ ਨੇ ਵੀ ਪਾਇਆ। ਮੈਂ ਉਦਣ ਵੀ ਕਿਹਾ ਸੀ ਵੀ ਤਿਲਕ ਲਾਉਣਾ, ਗਾਤਰਾ ਪਾਉਣਾ, ਪੱਗ ਬੰਨਣੀ ਕੋਈ ਔਖੀ ਨਹੀਂ, ਪਰ ਧਰਮ ਨੂੰ ਕਮਾਉਣਾ ਬਹੁਤ ਜ਼ਿਆਦਾ ਔਖਾ ਹੋ ਗਿਆ। ਬਾਣਾ ਤਾਂ ਬਹੁਤ ਦੁਨੀਆ ਪਾਈ ਫਿਰਦੀ ਹੈ, ਪਰ ਬਾਣੇ ਦੇ ਵਿੱਚ ਰਹਿ ਕੇ ਗੁਰੂ ਦੇ ਪਿਆਰ ਨੂੰ ਮੰਨਣਾ ਮਾਰੇ ਕਹਿੰਦੇ ਕੋਈ ਵਿਰਲਾ ਹੈ। ਹਿਰਦੇ 'ਚ ਰੱਬ ਹੈ। ਹੁਣ ਗੋਰੇ ਲੋਕ ਨੇ ਮਾਫਤ ਕਰਨਾ, ਉਹਨਾਂ ਦੇ ਅੰਦਰ ਕੀ ਹੈ? ਪ੍ਰੇਮ ਹੀ ਹੈ। ਉੱਥੇ ਸਾਰੇ ਧਰਮਾਂ ਦੇ ਲੋਕ ਆ। ਅਮਰੀਕਾ, ਕਨੇਡਾ, ਮੰਦਿਰ ਵੀ ਹੈ, ਚਰਚ ਵੀ ਹੈ, ਗਿਰਜਾ ਘਰ ਵੀ ਹੈ, ਗੁਰਦੁਆਰੇ ਵੀ। ਕਿਉਂ ਨਹੀਂ ਬੇਅਦਬੀ ਹੁੰਦੀ ਉੱਥੇ? ਸਵਾਲ ਹੈ ਨਾ ਇੱਕ। ਬਗਾਨੇ ਦੇਸ਼ ਹੈ, ਕਦੇ ਸੁਣਿਆ ਤੁਸੀਂ ਬਾਹਰਲੇ ਦੇਸ਼ 'ਚ ਬੇਅਦਬੀ ਹੋਈ ਹੋਵੇ? ਕਿਉਂ? ਕਿਉਂਕਿ ਉੱਥੋਂ ਦੇ ਕਾਨੂੰਨ ਦੇ ਵਿੱਚ ਸਫਾਈ ਹੈ। ਸਾਡੀਆਂ ਸਰਕਾਰਾਂ ਦੀਆਂ ਨੀਤਾਂ ਮਾੜੀਆਂ ਤੇ ਬੇਅਦਬੀ ਹੋਰ ਕੌਣ ਕਰਾਉਂਦਾ? ਕਿਤੇ ਕਿੰਨੇ ਕੇਸ ਹੋ ਗਏ ਜੀ। ਦੁੱਖ ਆਉਂਦਾ ਅੱਜ ਸਾਡੇ ਦਿਲ ਨੂੰ ਹੱਥ ਪਾਇਆ। ਹਰਿਮੰਦਰ ਸਾਹਿਬ ਸਾਡਾ ਮੱਕਾ ਏ ਸਾਰਿਆਂ ਦਾ, ਕਿਉਂਕਿ ਹਰਿਮੰਦਰ ਸਾਹਿਬ ਸਿੱਖਾਂ ਦਾ ਨਹੀਂ, ਸਾਂਝਾ ਸਾਰਿਆਂ ਦਾ। ਉਹਦੇ 'ਚ ਜਕਾਰਾ ਨਹੀਂ ਛੱਡਿਆ ਜਾਂਦਾ, ਕਿਉਂਕਿ ਉੱਥੇ ਸਾਰਿਆਂ ਹੀ ਆਉਣਾ, ਸਭ ਦਾ ਸਾਂਝਾ। ਉਹਦੇ ਉੱਤੇ ਖੰਡਾ ਨਹੀਂ ਲੱਗਾ। ਉੱਥੇ ਸਿਰਫ ਕਥਾ ਨਹੀਂ ਹੁੰਦੀ, ਉੱਥੇ ਕੀਰਤਨ ਗੁਰਬਾਣੀ ਦਾ, ਤੇ ਗੁਰਬਾਣੀ 'ਚ ਸਾਰੇ ਬੈਠੇ ਆ। ਕ੍ਰਿਸ਼ਨ ਜੀ ਬੈਠੇ, ਰਾਮ ਜੀ ਬੈਠੇ ਆ, ਕਬੀਰ ਜੀ ਬੈਠੇ, ਫਰੀਦ ਜੀ ਬੈਠੇ ਆ। ਤੇ ਅੱਜ ਮੱਕੇ ਦੇ ਉੱਤੇ ਵਾਰ ਕੀਤਾ, ਜਾਣੀ ਸਾਡੇ ਦਿਲ ਤੇ। ਤੇ ਦੁੱਖ ਇਹ ਹੈ ਵੀ 400 ਤੋਂ ਵੱਧ ਬੇਅਦਬੀਆਂ ਹੋ ਗਈਆਂ ਤੇ ਜਿੰਨੇ ਵੀ ਫੜੇ ਕੋਈ ਸਜ਼ਾ ਨਹੀਂ ਦਿੱਤੀ। ਹੁਣ ਫਿਰ ਸੰਗਤ ਨੇ ਆਪ ਹੀ ਦੇਤੀ ਆ ਵੀ ਇਹਨਾਂ ਨੂੰ ਨਹੀਂ ਕੋਈ ਆਸ ਰੱਖਣੀ। ਇਹ ਤਾਂ 2 ਤਰੀਕਾਂ ਪਾ ਕੇ 3ਜੀ ਤਰੀਕ ਤੇ ਜ਼ਮਾਨਤ ਤੇ ਭੇਜ ਦਿੰਦੇ। ਜਿਹਨੇ ਅੱਗੇ ਸਿਗਰਟ ਸੁੱਟੀ ਸੀ, ਬੀੜੀ, ਤੇ ਉਹਨੂੰ ਛੱਡਤਾ, ਜ਼ਮਾਨਤ ਦੇਤੀ ਉਹਨੂੰ। ਕਹਿੰਦੇ ਇਹ ਦਿਮਾਗੀ ਤੌਰ ਤੇ ਠੀਕ ਨਹੀਂ। ਸਵਾਲ ਤਾਂ ਇਹ ਪੈਦਾ ਹੁੰਦਾ ਲਾਈਵ ਚੱਲਣ ਦਿਆ ਇਹ ਵੀ ਜੇ ਦਿਮਾਗ ਠੀਕ ਨਹੀਂ ਹੈ ਤੇ ਗੁਰਦੁਆਰੇ ਦੀ ਦਾ ਬਾਕੀ ਕਿਉਂ ਨਹੀਂ? ਆਪਦਾ ਮਾਂ ਪਿਓ ਕਿਉਂ ਨਹੀਂ? ਘਰ ਵਾਲੀ ਕਿਉਂ ਨਹੀਂ? ਦੀਦੀ ਹੋਰ ਕਿੰਨੇ ਦੁਨੀਆ ਦੇ ਉੱਤੇ ਹੈ, ਹੋਰ ਕੋਈ ਨਜ਼ਰ ਕਿਉਂ ਨਹੀਂ ਆਉਂਦਾ ਵੀ ਜਿਹਦਾ ਦਿਮਾਗ ਕੋ ਹਿਲਦਾ ਤਾਂ ਗੁਰੂ ਗ੍ਰੰਥ 400 ਸਾਲ ਪਹਿਲਾਂ ਨਹੀਂ ਸੀ ਆਉਂਦਾ? ਉਦੋਂ ਵੀ ਤਾਂ ਪਿੰਡਾਂ 'ਚ ਪਾਗਲ ਹੁੰਦੇ ਸੀ, ਸ਼ਦਾਈ ਨਸ਼ਈ ਬੰਦੇ। ਪਰ ਕਿਉਂ? ਇਹ ਕਰਾਇਆ ਜਾ ਰਿਹਾ ਹੈ, ਕਰਾਇਆ ਜਾ ਰਿਹਾ ਹੈ। ਤਾਂ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪੰਜਾਬ ਨਹੀਂ ਸੀ ਮਾੜਾ, ਪੰਜਾਬ 'ਚ ਰਹਿਣ ਵਾਲਿਆਂ ਦੇ ਅੰਦਰ ਮਾੜੇ ਹੋ ਗਏ। ਸਵਾਲ ਹੈ ਨਾ, ਪੂਰੇ ਵਰਲਡ 'ਚ ਗੋਰਿਆਂ ਦਾ ਰਾਜ ਹੈ ਤੇ ਗੋਰਿਆਂ ਦੇ ਦੇਸ਼ਾਂ ਬਗਾਨੇ ਦੇਸ਼ ਹੈ, ਕਦੇ ਉਹਨਾਂ ਦੇ ਵਿੱਚ ਬੇਅਦਬੀ ਨਹੀਂ ਹੋਈ। ਸੋਨੇ ਦੇ ਪਲੰਘੇ ਤੇ ਪ੍ਰਕਾਸ਼ ਕੀਤਾ ਗੋਰਿਆਂ ਗੁਰੂ ਗ੍ਰੰਥ ਸਾਹਿਬ ਨੂੰ। ਕਿਉਂ ਨਹੀਂ ਹੁੰਦੀ? ਕਿਉਂਕਿ ਉਹਨਾਂ ਦਾ ਕਾਨੂੰਨ ਇੱਦਾਂ ਦਾ ਏ, 1 ਮਿੰਟ ਗੱਲ ਹੁੰਦੀ ਤੇ 3 ਮਿੰਟਾਂ 'ਚ ਪੁਲਿਸ ਉੱਥੇ ਆ ਜਾਂਦੀ ਹੈ। ਇਸ ਕਰਕੇ ਉਹਨਾਂ ਦੀ ਅੰਦਰ ਦੀ ਅਵਸਥਾ ਸਾਫ਼ ਹੈ, ਤਾਂ ਕਰਕੇ ਉੱਥੇ ਸੇਫਟੀ ਤੇ ਸਾਰਾ ਪੰਜਾਬ ਬਾਹਰ ਚਲ ਗਿਆ। ਬੱਚੇ ਆਪਣੇ ਮੁੜਨੇ ਤੇ ਨਹੀਂ। ਹੁਣ ਜਿਹੜੇ ਬਾਹਰ ਗਏ ਉਹਨੂੰ ਕਹੋਗੇ ਇੱਥੇ ਆਉਂਗੇ, ਉਹਨਾਂ ਕਹਿਣਾ ਪਾਪਾ ਜਿਹੜੀ 2 ਕਿੱਲੇ ਹੈਗੇ ਦੇ ਦੇ ਤੇ ਆ ਜਾ ਇੱਥੇ। ਆਪਾਂ ਇੱਥੇ ਕੀ ਕਰਨਾ? ਉੱਥੇ ਵਡੇਪੇ ਦੀ ਪਿਲਸਨ ਮਿਲਦੀ ਹੀ ਹੈ। ਉੱਥੇ ਤਾਂ ਕੁੱਤਿਆਂ ਨੂੰ ਦਾਖਲ ਕਰਾਇਆ ਹਸਪਤਾਲ, ਕੁੱਤਿਆਂ ਦੀ ਕੇਅਰ ਹੁੰਦੀ ਉੱਥੇ। ਇੱਥੇ ਬੰਦੇ ਨੂੰ ਨਹੀਂ ਕੋਈ ਪੁੱਛਣ ਦਿਆ, ਡਾਕਟਰ ਕੋਈ ਰੋਟੀ ਖਾਣ ਦਿਆ, ਕੋਈ ਮੋਬਾਈਲ ਤੇ ਗੇਮ ਖੇਡਣ ਦਿਆ। ਉਹ ਕਹਿੰਦੇ ਲਹੂ ਜ਼ਿਆਦਾ ਵਗ ਗਿਆ ਮਰੀਜ਼ ਦਾ, ਡਾਕਟਰ ਸਾਹਿਬ ਕਿੱਥੇ ਹੈ? ਕਹਿੰਦੇ ਥੋੜਾ ਜਿਹਾ ਰੌਂਡ ਤੇ ਗਏ ਤੇ ਇੱਕ ਨੇ ਆਖਿਆ ਹਾਵੇ ਅੰਦਰ ਮੋਬਾਈਲ ਤੇ ਗੇਮ ਖੇਡਣ ਦਿਆ। ਆਹ ਹਾਲਾਤ ਪੰਜਾਬ ਦੀ ਧਰਤੀ ਦੇ। ਤੇ ਇਸ ਕਰਕੇ ਮੇਰੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰੱਬ ਲੱਭਣਾ ਹੀ ਨਾ ਗੁਰਦੁਆਰੇ 'ਚੋਂ ਨਹੀਂ ਲੱਭਣਾ,
ਮੰਦਰ ਚੋਂ ਨਹੀਂ ਲੱਭਣਾ, ਮਸਜਿਦ ਚੋਂ ਨਹੀਂ ਲੱਭਣਾ, ਕਿੱਥੋਂ ਲੱਭਣਾ? ਅੰਦਰੋਂ। ਨੀਅਤ ਸਾਫ਼ ਮੈਂ ਵੇਖੀ ਹੈ ਵੀ ਇੱਕ ਗਾਤਰਾ ਪਾ ਕੇ ਗੁਰੂ ਵਾਲਾ ਬਣ ਕੇ ਵੀ ਕਿਸੇ ਦਾ ਪਰਸ ਡਿੱਗਾ ਤੇ ਜੇਬ 'ਚ ਪਾ ਕੇ ਤੁਰ ਗਿਆ। ਇੱਕ ਭਈਆ ਮੂੰਗਫਲੀ ਦੀ ਰੇਹੜੀ ਲਾ ਕੇ ਖੜੋਤਾ, ਕਿਸੇ ਦੇ 50 ਰੁਪਏ ਡਿੱਗ ਪਏ, ਭੱਜ ਕੇ ਮਗਰ ਫੜਾ ਕੇ ਆਇਆ, ਕਹਿੰਦਾ ਜੀ ਆ ਤੁਹਾਡੇ ਪੈਸੇ। ਹੁਣ ਦੱਸੋ ਰੱਬ ਕੀ ਚਾ, ਕਿਹਦੀ ਨੀਤ ਸਾਫ਼ ਹੈ? ਇਸ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਵਸੀ ਰੱਬ ਹਿਆਲੀ ਹੈ, ਤੇਰੇ ਅੰਦਰ ਹੀ ਵਸਦਾ ਹੀ, ਇਹਨੂੰ ਸਾਫ਼ ਕਰ ਲੈ। ਇਨੀ ਨਿੱਕੀ ਜੰਗੀ ਐ, ਥਲ ਡੂੰਗਰ ਭਰਿਓ। ਬਾਬਾ ਫਰੀਦ ਸਾਹਿਬ ਕਹਿੰਦੇ ਜਦੋਂ ਮੇਰੇ ਤੇ ਜਵਾਨੀ ਹੁੰਦੀ ਸੀ ਨਾ, ਮੈਂ ਛਾਲਾਂ ਮਾਰ ਕੇ ਪਹਾੜ ਪਹੂੜ ਕੰਧਾਂ ਕੁੰਧਾਂ ਜੋ ਵੀ ਸੀ ਟੱਪ ਜਾਂਦਾ ਸੀ, ਕਦੇ ਪਰਵਾਹ ਨਹੀਂ ਸੀ ਕੀਤੀ। ਅੱਜ ਕਰੀਤੈ ਪੂਜੜਾ ਸਹਿ ਕੋਹਾਂ ਕੀ ਓਮ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੱਜ ਬਜ਼ੁਰਗ ਹੋ ਗਿਆ ਤੇ ਮੰਜੀ ਤੇ ਆ, ਕੋਈ ਪੁੱਤ ਪੋਤਰਾ ਨਹੀਂ ਪੁੱਛਦਾ, ਉੱਠਿਆ ਮੇਤੋਂ ਨਹੀਂ ਜਾਂਦਾ। ਕੂਜੜਾ ਕਹਿੰਦੇ ਕੁੱਜੇ ਨੂੰ, ਸਹਿ ਕੋਹਾਂ ਥੀ ਓਮ ਕਹਿੰਦੇ ਹੁਣ ਇੰਨਾ ਕੁ ਸਰੀਰ ਰਹਿ ਗਿਆ ਵੀ ਸਰਾਣੇ ਪਾਣੀ ਦਾ ਘੜਾ ਪਿਆ, ਉਹਦੇ ਚੋਂ ਗਲਾਸ ਨਹੀਂ ਭਰ ਸਕਦਾ, ਇੰਨਾ ਸਰੀਰ ਡਾਉਣ ਹੈ ਤੇ ਆਵਾਜ਼ਾਂ ਮਾਰਦਾ ਪੁੱਤ ਪਾਣੀ, ਧੀਏ ਪਾਣੀ, ਪਰ ਕੋਈ ਵੀ ਨਹੀਂ ਸੁਣਦਾ। 20 ਸ਼ਲੋਕਾਂ ਦੀ ਕਥਾ ਸੰਪੂਰਨ ਹੋਈ ਬਾਬਾ ਫਰੀਦ ਸਾਹਿਬ ਜੀ। ਬਹੁਤ ਆਨੰਦਮਈ ਸ਼ਲੋਕ ਚੱਲ ਰਹੇ ਨੇ, ਆਪ ਸੰਗਤਾਂ ਨੇ ਚੌਂਕੜੇ ਮਾਰ ਕੇ ਸਮਾਧੀਆਂ ਲਾ ਕੇ ਸੁਣਿਆ ਹੈ। ਬਾਬਾ ਫਰੀਦ ਸਾਹਿਬ ਨੂੰ ਸ਼ੱਕਰਗੰਜ ਆਖਿਆ, ਉਹਨਾਂ ਦੀ ਰਸਨਾ ਤੇ ਸ਼ੱਕਰ ਹੈ। ਸੋ ਆਪ ਸੰਗਤਾਂ ਪ੍ਰੇਮ ਭਾਵਨਾ ਦੇ ਨਾਲ ਸਾਈਂ ਦੇ ਘਰ ਬੈਠੇ ਭੁੱਲ ਚੁੱਕ ਦੀ ਮਾਫੀ ਕਰਨੀ। ਸ਼ਹਾਦਤ ਦੇ ਦਿਨ ਚੱਲ ਰਹੇ ਆ, ਗੁਰੂ ਕੇ ਲਾਲਾਂ ਦੀ ਸ਼ਹਾਦਤ ਅੱਜ ਅਨੰਦਪੁਰ ਸਾਹਿਬ ਨੂੰ ਮਹਾਰਾਜ ਨੇ ਛੱਡਤਾ ਏ। 7 ਪੋਹ ਨੂੰ ਵੱਡੇ ਸਾਹਿਬਜ਼ਾਦੇ 8 ਸ਼ਹਾਦਤ ਹੈ, ਅੱਗੇ ਫਿਰ 11, 12, 13 3 ਦਿਨਾਂ ਦੀ ਸਭਾ ਲੱਗਣੀ ਹੈ ਸਾਹਿਬਜ਼ਾਦਿਆਂ ਦੀ, ਫਿਰ ਸ਼ਹਾਦਤ ਹੋਣੀ ਹੈ। ਆਓ ਉਹਨਾਂ ਨੂੰ ਯਾਦ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ। ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਪੋਤਿਆਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਪੋਤਿਆਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਮੇਰੇ ਪੋਤਿਆਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਮੇਰੇ ਪੋਤਿਆਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਤੂੰ ਠਾਕੁਰ। ਕੇ ਰੂਪ ਚੁਗਲੇ ਨਾ ਜਾਵੇ ਭਗਵਾਨ
ਹਰੀ ਗਤ ਮਿਤ ਤੁਈ ਜਾਣੀ ਬੋਲੋ ਜੀ ਵਾਹਿਗੁਰੂ 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 ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਭਗਵਤੀ ਸਮਰਪੈ ਗੁਰੂ ਨਾਨਕ ਲਈ ਧਿਆਏ ਪ੍ਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਈ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇ ਬਹਾਦਰ ਸਿਮਰਿਆ ਘਰ